ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। मैं अपना सुत तोहे निवाजा, पंथ परचर करबे को साजा। जहाँ जहाँ तै धर्म चलाए, कबुद करन ते लोक हटाए। ਠੰਡ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਠੰਡ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਵ ਜਗਤ ਮੈਂ, जब तुम करो सहाय। ये कारण प्रभ मोहे पठायो, तब मैं जगत जन्म धर आयो। जिम तिन कही ते मैं तिन कहूँ, और किसु ते बैर ना गहूँ। जो हमको परमेश्वर उचरै, ते सब नरक कुंड में पर है। मोको दास तवण का जानो, जा मैं भेद न रंच पछानो। मैं हूँ परम पुरख को दासा, मैं हूँ परम पुरख को दासा। देखने आयो जगत तमाशा, जो प्रभ जगत कहा सो कहूँ। मृत लोक ते मोण न रहूँ। आनंदपुर साहिब दे वासी नूं मैं बंदना वारो वार करां। आनंदपुर साहिब दे वासी नूं मैं बंदना वारो वार करां।
साहिब देवा तीनों मैं वंदना वारो के तीर्थ नाना जद ही जात सिर बेणी पे दान पुन दिन करत बितए तहीं प्रकाश हमारा भयो तहीं प्रकाश हमारा भयो पटना शहर दिखे पावलयो मगर देश हमको ले आए पांत पांत दैयन दलराए कीनी अणक पाक तन रक्षा दीनी फाक फाक की शिक्षा जब हम धर्म कर्म मोह आए देव लोग तब पिता सिधाए हमें काज जगत मोह आए धर्म हेत गुरुदेव पठाए जहाँ जहाँ तुम धर्म बिठारो दुष्ट दोखियान पकर प्रसारो यही काज करा हम जानमु समझ ले हो साधु सब मनमु
ਧਰਮ ਚਲਾਵਣ ਸੰਤ ਉਬਾਰਨ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਪਾਰਨ ਬਾਜਾਂ ਵਾਲੇ ਸੀ ਜਗਤ ਵਿੱਚ ਆਏ ਧਰਮ ਚਲਾਉਣ ਵਾਸਤੇ ਕਲਗੀ ਵਾਲਾ ਸੀ ਜਗਤ ਵਿੱਚ ਆਇਆ ਧਰਮ ਚਲਾਉਣ ਵਾਸਤੇ ਰਾਤ ਹੀ ਸਾਧ ਸੰਗਤ ਤਕਰੀਬਨ 1:30 ਵਜੇ ਸਮਾਪਤੀ ਕਰਕੇ ਸ਼ਹਿਰ ਭੀਖੀ ਵਿਖੇ 3 ਸਮਾਗਮ ਸਨ। ਰਾਤ ਦੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸੋ ਦੀਵਾਨਾਂ ਦੇ ਵਿੱਚ ਸਾਧ ਸੰਗਤ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਜੀਵਨ ਦੇ ਪਰਥਾਏ ਬੜੀਆਂ ਵਿਚਾਰਾਂ ਕੀਤੀਆਂ। ਜੋ ਜੋ ਪਾਤਸ਼ਾਹ ਨੇ ਸਾਧ ਸੰਗਤ ਪਰ ਉਪਕਾਰ ਕੀਤੇ, ਜੋ ਜੋ ਕਾਰਜ ਕੀਤੇ,
ਦੁਨੀਆ ਦੇ ਇਤਿਹਾਸਕਾਰ ਕਹਿੰਦੇ ਐ 42 ਕੁ ਸਾਲਾਂ ਦੀ ਸਾਧ ਸੰਗਤ ਕੁੱਲ ਆਜੂ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ। 10 ਸਾਲਾਂ ਦਾ ਇੱਕ ਦਹਾਕਾ ਬਣਦਾ, 100 ਸਾਲ ਦੀ ਸਦੀ ਬਣਦੀ ਹੈ। 4 ਦਹਾਕੇ ਇਤਿਹਾਸਕਾਰਾਂ ਨੇ ਸਾਧ ਸੰਗਤ ਗੁਰੂ ਸਾਹਿਬ ਦੇ ਜੀਵਨ ਦੇ ਬਿਆਨ ਕੀਤੇ ਹੈ। ਉਹ ਕਹਿੰਦੇ ਨੇ 4 ਦਹਾਕਿਆਂ ਦੇ ਵਿੱਚ ਜੋ ਜੋ ਕਾਰਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰ ਵਿਖਾਏ, ਉਹ ਕਾਰਜ ਤੇ 4 ਯੁੱਗਾਂ ਵਿੱਚ ਵੀ ਨਹੀਂ ਸਨ ਹੋ ਸਕਦੇ। ਜਿਹੜੇ ਕਾਰਜਾਂ ਨੂੰ 40 ਕੁ ਸਾਲਾਂ ਦੀ ਉਮਰ ਵਿੱਚ 4 ਦਹਾਕਿਆਂ ਦੇ ਵਿੱਚ ਮਹਾਰਾਜ ਨੇ ਪੂਰਾ ਕਰ ਵਿਖਾਇਆ, ਉਹ ਕਾਰਜ ਸਾਧ ਸੰਗਤ ਇਤਿਹਾਸਕਾਰ ਕਹਿੰਦੇ ਆ 4 ਯੁੱਗਾਂ ਵਿੱਚ ਨਹੀਂ ਸਨ ਹੋ ਸਕਦੇ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀਆਂ ਰਹਿਮਤਾਂ ਕੀਤੀਆਂ। ਧੰਨ ਧੰਨ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਪਰ ਅਪਾਰ, ਦੇਸ਼ ਕੌਮ ਤੋਂ ਹੱਸਦਿਆਂ ਹੱਸਦਿਆਂ ਵਾਰ ਦਿੱਤਾ ਪਰਿਵਾਰ। ਤੇਰੇ ਜਿਹਾ ਹੋਰ ਨਾ ਕੋਈ ਬਲੀਦਾਨ ਦਾ ਦਾਤਾ, ਦਿੱਲੀ ਦੇ ਵਿੱਚ ਪਿਤਾ ਵਾਰਿਆ ਠੰਡੇ ਬੁਰਜ ਵਿੱਚ ਮਾਤਾ। 2 ਪੁੱਤਰ ਚਮਕੌਰ ਚਵਾਰੇ 2 ਵਿੱਚ ਦੀਵਾਰ। ਧੰਨ ਧੰਨ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਪਰ ਅਪਾਰ। ਸੋ ਸਾਰਾ ਜੀਵਨ ਸਾਧ ਸੰਗਤ ਮਨੁੱਖਤਾ ਦੇ ਭਲੇ ਹੇਤ ਸਤਿਗੁਰਾਂ ਨੇ ਲਾ ਦਿੱਤਾ। ਅੰਸ ਬੰਸ ਸਰਬੰਸ ਵਾਰਿਆ, ਵੱਡੇ ਕਾਰਜ ਕੀਤੇ, ਅੰਮ੍ਰਿਤ ਦੀ ਦਾਤ ਦਿੱਤੀ। ਹਜ਼ੂਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਾਧ ਸੰਗਤ ਗੁਰਤਾ ਗੁਰਗੱਦੀ ਦੇ ਕੇ ਪਾਤਸ਼ਾਹ ਨੇ ਸਾਧ ਸੰਗਤ ਸ਼ਬਦ ਗੁਰੂ ਦੇ ਲੜ ਲਾ ਦਿੱਤਾ। ਸੋ ਆਓ ਇੱਕ ਜ਼ਰੂਰ ਬੇਨਤੀ ਕਰਾਂਗੇ ਕਿ ਜਿੰਨੀ ਵੀ ਸੰਗਤ ਦੀਵਾਨ ਵਿੱਚ ਆਉਂਦੀ ਹੈ, ਹਰ ਇੱਕ ਜਗ੍ਹਾ ਦੀ ਇੱਕ ਮਰਿਆਦਾ ਹੁੰਦੀ ਹੈ। ਜਿਹਨੇ ਫੋਨ ਸੁਣਨਾ ਬਾਹਰ ਜਾ ਕੇ ਸੁਣ ਸਕਦਾ ਹੈ। ਕਮ ਸੇ ਕਮ ਜਿਹੜਾ 1.5 ਘੰਟਾ ਗੁਰੂ ਕੀ ਹਜ਼ੂਰੀ ਦੇ ਵਿੱਚ ਬਹਿਣਾ ਹੈ, ਤਾਂ ਇਹ ਆਪਣੇ ਜਿਹੜੇ ਪਾਏ ਆ ਜੇਬਾਂ ਦੇ ਵਿੱਚ, ਇਹਨਾਂ ਨੂੰ ਜ਼ਰੂਰ ਜਾਂ ਤਾਂ ਬੰਦ ਰੱਖਿਆ ਕਰੋ ਜਾਂ ਇਹਨੂੰ ਸਾਇਲੈਂਟ ਤੇ ਲਾ ਕੇ ਰੱਖਿਆ ਕਰੋ। ਉੱਚੀ ਉੱਚੀ ਪਤਾ ਵੀ ਸੋਹਣੀਆਂ ਰਿੰਗਾਂ ਭਰੀਆਂ ਨੇ ਤੁਸੀਂ, ਉਹਦੇ ਵਜਾਉਣ ਦਾ ਕੋਈ ਤਕਾਜ਼ਾ ਹੁੰਦਾ। ਉਧਰ ਸ਼ਮਸ਼ਾਨਾਂ 'ਚ ਖੜੇ ਹੁੰਦੇ ਆ, ਉਧਰ ਸਾਧ ਸੰਗਤ ਦਾ ਤਰਜਾਂ ਕੱਢਣ ਲੱਗ ਜਾਂਦੇ। ਉਧਰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਆ, ਉਧਰੋਂ ਸਾਧ ਸੰਗਤ ਇਹਨਾਂ ਨੂੰ ਜੇਬ 'ਚ ਵੱਜਣ ਡਏ ਹੈ। ਸੋ ਹਰ ਇੱਕ ਜਗ੍ਹਾ ਦਾ ਆਪਣਾ ਆਪਣਾ ਤਕਾਜ਼ਾ ਹੁੰਦਾ ਹੈ। ਕਲਾ ਜਿਹੜੀ ਹੈ ਕੋਈ ਵੀ ਕਾਢ ਮਾੜੀ ਨਹੀਂ, ਉਹਦੀ ਸਾਧ ਸੰਗਤ ਵਰਤੋਂ ਮਾੜੀ ਹੋਇਆ ਕਰਦੀ ਹੈ। ਅੱਜ ਸਾਨੂੰ ਬਹੁਤਿਆਂ ਨੂੰ ਸਾਧ ਸੰਗਤ ਦੀ ਵਰਤੋਂ ਦਾ ਹੀ ਪਤਾ ਨਹੀਂ। ਗੁਰੂ ਕਾ ਸਿੱਖ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਿਆ ਦਰਸ਼ਨ ਕਰਨ ਵਾਸਤੇ। ਚਲੋ ਜੀ, ਕੁਝ ਸਮਾਂ ਘਰ ਦੇ ਵਿੱਚੋਂ ਕੱਢਿਆ, ਗੁਰੂ ਵਾਲੇ ਪਾਸੇ ਲੱਗੇ। ਉਧਰੋਂ ਸਾਧ ਸੰਗਤ ਦਰਬਾਰ ਸਾਹਿਬ ਭਾਵੇਂ ਲਿਖਿਆ ਇੱਥੇ ਫੋਨ ਬੰਦ ਹੈ, ਫਿਰ ਵੀ ਸਾਧ ਸੰਗਤ ਚਾਲੂ ਰੱਖ ਲਈਦੇ ਹੈ। ਉਧਰੋਂ ਗੁਰੂ ਕੇ ਦਰਬਾਰ ਦੇ ਨੇੜੇ ਜਾ ਰਹੇ, ਉਧਰੋਂ ਘਰੋਂ ਫੋਨ ਆ ਗਿਆ, ਅੱਜ ਬੂਰੀ ਮੱਝ ਨੇ ਦੁੱਧ ਨਹੀਂ ਦਿੱਤਾ। ਲਓ ਦੱਸੋ, ਅੰਮ੍ਰਿਤਸਰ ਬੈਠਾ ਹੁਣ ਸੰਨੀ ਕਰੇ ਉਹਨੂੰ। ਉਹ ਕੁਝ ਸਮਾਂ ਯਾਤਰਾ ਦਾ ਭਾਵ ਇਹੋ ਹੀ ਹੁੰਦਾ, ਸਾਧ ਸੰਗਤ ਕੁਝ ਸਮਾਂ ਗੁਰੂ ਵਾਲੇ ਪਾਸੇ ਲਾਇਆ ਜਾਵੇ। ਆ ਕੰਮਾਂ ਕਾਰਾਂ ਚੋਂ, ਖੰਡਾ ਵਾਲੀ ਬਿਰਤੀ ਚੋਂ ਸਾਧ ਸੰਗਤ ਕੁਝ ਸਮਾਂ ਗੁਰੂ ਚਰਨਾਂ ਦੇ ਨਾਲ ਬਿਰਤੀ ਜੋੜੀ ਜਾਵੇ। ਤੇ ਅੱਜ ਤੇ ਸਤਸੰਗ ਵਿੱਚ ਬੈਠਿਆਂ ਨੂੰ ਸਾਧ ਸੰਗਤ ਸਾਨੂੰ ਮਗਰੋਂ ਸੁਨੇਹੇ ਆ ਰਹੇ ਨੇ, ਕਦੋਂ ਕੋ ਦੀਵਾਨ ਮੁੱਕੂ, ਇਹਨਾਂ ਦਾ ਤੇ ਰੋਜ਼ ਦਾ ਹੀ ਕੰਮ ਹੈ। ਉਹ ਕਹਿੰਦਾ ਬਸ ਚੱਲਦਾ ਦੀਵਾਨ, ਆਉਣ ਵਾਲਾ ਮੈਂ। ਸੋ ਹਰ ਇੱਕ ਜਗ੍ਹਾ ਦਾ ਤਕਾਜ਼ਾ ਹੁੰਦਾ ਹੈ। ਅੱਜ ਸਾਧ ਸੰਗਤ ਸਾਰੀਆਂ ਹੀ ਮਰਿਆਦਾ ਆਪਾਂ ਉਲੰਘਦੇ ਜਾ ਰਹੇ ਹਾਂ। ਪ੍ਰਾਤਨ ਮਹਾਂਪੁਰਖ ਇੰਨਾ ਖਿਆਲ ਰੱਖਿਆ ਕਰਦੇ, ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਜੇ ਕੋਈ ਕਾਗਜ਼ ਪੱਤਰ ਵੀ ਪੜ੍ਹਨ ਲੱਗਦਾ ਤੇ ਸਾਧ ਸੰਗਤ ਮਹਾਂਪੁਰਖ ਸਮਾਪਤੀ ਕਰਕੇ ਤੁਰ ਜਾਇਆ ਕਰਦੇ। ਕਹਿੰਦੇ ਭਾਈ ਪਹਿਲਾਂ ਕਾਗਜ਼ ਚਿੱਠੀਆਂ ਪੜ੍ਹ ਲਓ, ਫਿਰ ਸੁਣ ਲਿਓ ਦੀਵਾਨ। ਸੋ ਜਿੰਨੇ ਵੀ ਸਾਰਿਆਂ ਦੇ ਕੋਲ ਹੀ ਸਾਧ ਸੰਗਤ ਹੋਣੇ ਆ, ਫੋਨ ਗੀਟੇ ਜੇ ਪਾਏ ਹੋਣੇ ਆ। ਸੋ ਅਸੀਂ ਬੇਨਤੀ ਕਰਾਂਗੇ, ਚੱਲਦੇ ਦੀਵਾਨ ਦੇ ਵਿੱਚ ਕਿਰਪਾ ਕਰਕੇ ਇਹਨਾਂ ਨੂੰ ਬੰਦ ਰੱਖਿਆ ਕਰੋ, ਤਾਂ ਕਿ ਆਪਾਂ ਵਿਚਾਰ ਦੇ ਨਾਲ ਜਿਹੜਾ ਸਮਾਂ ਘਰਾਂ ਤੋਂ ਕੱਢ ਕੇ ਐਡੀ ਐਡੀ ਦੂਰੋਂ ਸਾਧ ਸੰਗਤ ਕੰਮਕਾਰ ਛੱਡ ਕੇ ਆਪਾਂ ਆਏ ਹਾਂ, ਕੁਝ ਲਾਹਾ ਪ੍ਰਾਪਤ ਕਰ ਸਕੀਏ।
ਆਨੰਦਪੁਰ ਸਾਹਿਬ ਦੇ ਨੇੜੇ ਸਾਧ ਸੰਗਤ ਨਗਰ ਹੈ ਰਾਏਪੁਰ। ਉੱਥੇ ਇੱਕ ਜੋੜਾ ਰਹਿੰਦਾ ਹੈ। ਘਰ ਵਾਲੀ ਦਾ ਨਾਂ ਹੈ ਮੋਹਣਾ ਤੇ ਘਰ ਵਾਲੇ ਦਾ ਨਾਂ ਹੈ ਸਾਧ ਸੰਗਤ ਸੋਹਣਾ। ਕਿਸੇ ਸਾਧੂ ਨੇ ਦੱਸ ਪਾਈ ਠਾਕਰ ਦੀ ਪੂਜਾ ਵੱਲ ਹੋ ਤੁਰੇ ਹੈ। ਘਰ ਦੇ ਵਿੱਚ ਸਿਲਾਗ੍ਰਾਮ ਪੱਥਰ ਰੱਖਿਆ ਹੈ। ਅਮੀਰੀ ਬੜੀ ਹੈ, ਧਨ ਪਦਾਰਥ ਦਾ ਘਾਟਾ ਕੋਈ ਨਹੀਂ। ਕੀ ਕਰਨਾ ਉਹਨਾਂ ਨੇ? ਸਾਧ ਸੰਗਤ ਸਵੇਰੇ ਉੱਠਣਾ, ਖੂਹ ਤੋਂ ਇਸ਼ਨਾਨ ਕਰਨਾ, ਜਲ ਭਰਨਾ, ਸ਼ੁੱਧ ਜਲ, ਸਾਫ਼ ਜਲ ਸਾਧ ਸੰਗਤ ਲਿਆ ਕੇ ਠਾਕਰ ਦਾ ਇਸ਼ਨਾਨ ਕਰਾਉਣਾ। ਦੋਨਾਂ ਨੂੰ ਦੋਨੇ ਜੀ ਸਾਧ ਸੰਗਤ ਰਾਗ ਦੀ ਸਾਜ਼ ਦੀ ਵੀ ਸੋਝੀ ਹੈ, ਸੋਹਣੇ ਸਾਜ਼ ਵਜਾਉਂਦੇ ਹੈ। ਵਾਹਿਗੁਰੂ ਨੇ ਗਲਾ ਵੀ ਚੰਗਾ ਦਿੱਤਾ ਹੈ। ਸੋ ਮੋਹਣਾ ਤੇ ਸੋਹਣਾ ਦੀ ਸਾਧ ਸੰਗਤ ਸਾਖੀ ਆਉਂਦੀ ਹੈ। ਸਵੇਰ ਵੇਲੇ ਜਾਂਦੇ ਹੈ, ਜਲ ਲੈ ਕੇ ਆਉਂਦੇ ਹੈ, ਇਸ਼ਨਾਨ ਕਰਾਉਂਦੇ ਹੈ ਠਾਕਰ ਦਾ। ਸਿਲਾਗ੍ਰਾਮ ਪੱਥਰ ਰੱਖਿਆ ਘਰ ਦੇ ਵਿੱਚ। ਇੱਕ ਦਿਨ ਜਦੋਂ ਆ ਰਹੇ ਨੇ, ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇੱਕ ਸਿੱਖ ਸਰੀਰ ਤੇ ਜ਼ਖਮ ਲੱਗਿਆ, ਕਰਾਰਾ ਫੱਟ ਲੱਗਿਆ, ਸਾਧ ਸੰਗਤ ਡਿੱਗਿਆ ਪਿਆ ਰਸਤੇ ਦੇ ਵਿੱਚ। ਉਹ ਜਲ ਦਾ ਭਾਂਡਾ ਭਰੀ ਜਾਂਦੇ ਆ। ਗੁਰੂ ਦੇ ਸਿੱਖ ਨੇ ਆਵਾਜ਼ ਮਾਰੀ, ਆਖਣ ਲੱਗਾ ਮੈਨੂੰ ਪਾਣੀ ਪਿਆ ਕੇ ਜਾਇਓ, ਗਲਾ ਸੁੱਕ ਰਿਹਾ, ਪਿਆਸ ਲੱਗੀ ਹੈ, ਫੱਟ ਲੱਗਿਆ, ਸਰੀਰ ਦੇ ਵਿੱਚੋਂ ਖੂਨ ਵਗਦਾ ਹੈ, ਤੁਹਾਡੇ ਕੋਲ ਪਾਣੀ ਹੈ, 2 ਘੁੱਟ ਪਾਣੀ ਪਿਆ ਦਿਓ। ਪਰ ਸਾਧ ਸੰਗਤ ਉਹਨਾਂ ਨੇ ਕੀ ਕੀਤਾ? ਕਹਿੰਦੇ ਜੇ ਸਿੱਖ ਨੂੰ ਪਾਣੀ ਪਿਆ ਦਿੱਤਾ, ਸਾਡੀ ਸੇਵਾ ਦੇ ਵਿੱਚ ਭੰਗਣਾ ਪੈ ਜਾਵੇਗੀ। ਰੋਜ਼ ਠਾਕਰ ਨੂੰ ਇਸ਼ਨਾਨ ਕਰਾਉਂਦੇ ਆ ਸੁੱਚੇ ਜਲ ਦੇ ਨਾਲ। ਜੇ ਵਿੱਚੋਂ ਸਿੱਖ ਨੂੰ ਪਾਣੀ ਪਿਆ ਗਏ ਤੇ ਜਲ ਜੂਠਾ ਹੋ ਜਾਵੇਗਾ। ਬਹੁਤੇ ਜਿਹੜੇ ਕਰਮ ਕਾਂਡ ਨੇ ਸਾਧ ਸੰਗਤ ਸਾਡੀਆਂ ਬਿਰਤੀਆਂ ਨੂੰ ਖੁਸ਼ਕ ਕਰ ਦਿੰਦੇ। ਅੰਦਰੋਂ ਪਿਆਰ ਦੀ ਰੋਹ, ਅੰਦਰੋਂ ਸਾਧ ਸੰਗਤ ਪਿਆਰ ਦੀ ਧਾਰਾ ਨੂੰ ਖਤਮ ਕਰ ਦਿੰਦੇ ਆ। ਆਪਾਂ ਭੁੱਲ ਜਾਈਦਾ ਕਿ ਸਭ ਤੋਂ ਵੱਡੀ ਸੇਵਾ ਤੇ ਮਨੁੱਖਤਾ ਦੀ ਸੇਵਾ ਹੁੰਦੀ ਹੈ। ਸੋ ਇੱਕ ਸਿੱਖ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਲ ਤੋਂ ਤੜਫ ਰਿਹਾ ਹੈ। ਆਵਾਜ਼ਾਂ ਮਾਰਦਾ, ਜਾਣ ਵਾਲਿਓ ਪਾਣੀ ਛਕਾ ਕੇ ਜਾਇਓ। ਉਹ ਕਹਿੰਦੇ ਜੇ ਤੈਨੂੰ ਪਾਣੀ ਛਕਾ ਦਿੱਤਾ, ਸਾਡੀ ਸੇਵਾ ਵਿੱਚ ਭੰਗਣਾ ਪੈ ਜੂ, ਪਾਣੀ ਜੂਠਾ ਹੋ ਜੂ। ਅਸੀਂ ਪਹਿਲਾਂ ਠਾਕਰ ਨੂੰ ਇਸ਼ਨਾਨ ਕਰਾਵਾਂਗੇ, ਉਦੋਂ ਬਾਅਦ ਕਿਸੇ ਨੂੰ ਜਲ ਛਕਾ ਸਕਦੇ ਹਾਂ। ਤੁਰ ਗਏ। ਕੋਲ ਦੀ ਸਾਧ ਸੰਗਤ ਨਿਰਮੋਹ ਹੋ ਕੇ ਲੰਘ ਗਏ। ਸਾਧ ਸੰਗਤ ਸਿੱਖ ਦੇ ਸਾਹ ਟੁੱਟ ਰਹੇ ਨੇ, ਸਰੀਰ ਦੇ ਵਿੱਚੋਂ ਜਿੰਦ ਨਿਕਲ ਰਹੀ ਹੈ, ਬੋਲ ਥਿੜਕ ਰਹੇ ਨੇ। ਥਿੜਕਦੇ ਬੋਲਾਂ ਦੇ ਨਾਲ ਇੱਕ ਆਵਾਜ਼ ਦਿੱਤੀ ਹੈ ਸਿੱਖ ਨੇ। ਭਾਈ ਵੀਰ ਸਿੰਘ ਜੀਆਂ ਨੇ ਲਿਖਿਆ ਹੈ, ਇੱਕ ਆਵਾਜ਼ ਮਾਰੀ, ਕਹਿੰਦਾ ਗੱਲ ਸੁਣ ਕੇ ਜਾਇਓ। ਉਹ ਨਾਲੇ ਪਿਆਰ ਨਾਲੇ ਪਾਣੀ ਤੋਂ ਤਰਸਾਉਣਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਨਾਲੇ ਪਿਆਰ ਨਾਲੇ ਪਾਣੀ ਤੋਂ ਤਰਸਾਉਣਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਦਰਸ਼ਨ ਨਹੀਂ ਜੇ ਦੇਣ ਲੱਗਾ।
ਵਚਨ ਕਰ ਦਿੱਤੇ, ਕਹਿੰਦਾ ਨਾਲੇ ਪਿਆਰ ਨਾਲੇ ਪਾਣੀ ਤੋਂ ਤਰਸਾਉਣਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਸਾਧ ਸੰਗਤ ਇੰਨਾ ਵਚਨ ਕੀਤਾ, ਉਹਨਾਂ ਨੇ ਨਹੀਂ ਸੁਣਿਆ, ਅੱਗੇ ਲੰਘ ਗਏ, ਘਰੇ ਗਏ, ਠਾਕਰ ਦਾ ਸਾਧ ਸੰਗਤ ਇਸ਼ਨਾਨ ਕਰਾਇਆ, ਪੱਥਰ ਨੂੰ ਨਵਾਲਿਆ, ਭੋਗ ਲਵਾਇਆ। ਫਿਰ ਖਿਆਲ ਆਇਆ ਰਾਹ ਦੇ ਵਿੱਚ ਇੱਕ ਸਿੱਖ ਪਾਣੀ ਮੰਗਦਾ ਸੀ, ਚਲੋ ਹੁਣ ਉਹਨੂੰ ਵੀ ਪਾਣੀ ਪਿਆਈਏ। ਮੁੜ ਕੇ ਆਏ ਉਸ ਜਗ੍ਹਾ ਤੇ ਸਾਧ ਸੰਗਤ ਸਿੱਖ ਸਰੀਰ ਛੱਡ ਚੁੱਕਿਆ ਹੈ। ਪਤਾ ਲੱਗਿਆ ਕੌਣ ਹੈ ਇਹ। ਪਛਾਣਨ ਵਾਲਿਆਂ ਨੇ ਪਛਾਣ ਲਿਆ, ਆਨੰਦਪੁਰ ਸਾਹਿਬ ਵਾਲੇ ਗੁਰੂ ਦਾ ਸਿੱਖ ਹੈ, ਬੜਾ ਕਰਨੀ ਵਾਲਾ, ਬੜਾ ਕਮਾਈ ਵਾਲਾ ਸਿੱਖ ਹੈ। ਅੱਜ ਕਿਸੇ ਗਰੀਬ ਦੀ ਰਾਖੀ ਕਰਦਿਆਂ, ਡਾਕੂਆਂ ਤੋਂ, ਜਰਵਾਣਿਆਂ ਤੋਂ, ਜ਼ਾਲਮਾਂ ਤੋਂ ਬਚਾਉਂਦਿਆਂ ਜ਼ਖਮੀ ਹੋ ਕੇ ਆ ਡਿੱਗਾ ਸੀ ਤੇ ਇੱਥੇ ਹੀ ਸਰੀਰ ਤਿਆਗਿਆ। ਰਾਏਪੁਰ ਵਾਲੀ ਰਾਣੀ ਨੇ ਸਾਧ ਸੰਗਤ ਉਹਦੇ ਸਰੀਰ ਦਾ ਸੰਸਕਾਰ ਕੀਤਾ। ਉਹ ਜੋੜਾ ਸਾਧ ਸੰਗਤ ਹੁਣ ਘਰ ਚਲਿਆ ਗਿਆ, ਜਾ ਕੇ ਪੂਜਾ ਵਿੱਚ ਬੈਠੇ ਨੇ, ਧਿਆਨ ਵਿੱਚ ਬੈਠੇ ਨੇ। ਗੁਰੂ ਦੇ ਸਿੱਖ ਦੇ ਬੋਲ ਕੰਨਾਂ ਵਿੱਚ ਗੂੰਜਣ ਲੱਗ ਜਾਂਦੇ ਆ, ਦਰਸ਼ਨ ਨਹੀਂ ਜੇ ਦੇਣ ਲੱਗਾ। ਬਿਰਤੀ ਜੋੜਦੇ ਨੇ, ਧਿਆਨ ਲਾਉਂਦੇ ਨੇ, ਧਿਆਨ ਨਹੀਂ ਲੱਗਦਾ। ਸੌਣਾ ਚਾਹੁੰਦੇ ਨੇ ਸਾਧ ਸੰਗਤ, ਰਾਤ ਨੂੰ ਨੀਂਦ ਨਹੀਂ ਆਉਂਦੀ। ਅੱਠੇ ਪੈਰ ਗੁਰੂ ਕੇ ਸਿੱਖ ਦੇ ਬੋਲ ਕੰਨਾਂ ਵਿੱਚ ਗੂੰਜੀ ਜਾਂਦੇ ਹੈ। ਤੇ ਸਾਧ ਸੰਗਤ ਜਿਉਂ-ਜਿਉਂ ਸਮਾਂ ਲੰਘਿਆ, ਤਿਉਂ-ਤਿਉਂ ਸਾਧ ਸੰਗਤ ਪਤਾ ਲੱਗਿਆ ਕਿ ਉਹ ਕਰਨੀ ਵਾਲਾ ਗੁਰੂ ਕਾ ਸਿੱਖ ਸੀ। ਉਹ ਬਚਨ ਕਰ ਗਿਆ ਤੇ ਉਹਦੇ ਬਚਨ ਅਟਲ ਹੋਣਗੇ। ਦਰਸ਼ਨ ਨਹੀਂ ਜੇ ਦੇਣ ਲੱਗਾ, ਹੁਣ ਪੂਜਾ ਵਿੱਚ ਮਨ ਨਹੀਂ ਲੱਗਦਾ। ਸਾਧ ਸੰਗਤ ਧਿਆਨ ਵਿੱਚ ਬਹਿੰਦੇ ਆ, ਬਿਰਤੀ ਨਹੀਂ ਲੱਗਦੀ, ਸੌਣਾ ਚਾਹੁੰਦੇ ਆ, ਨੀਂਦ ਨਹੀਂ ਆਉਂਦੀ। ਅੱਠੇ ਪੈਰ ਕੰਨਾਂ ਦੇ ਵਿੱਚ ਸਾਧ ਸੰਗਤ ਤੋਂ ਸਿੱਖ ਦੇ ਬੋਲ ਗੁੰਜੀ ਜਾਂਦੇ ਹੈ। ਕੁਦਰਤੀ ਉਹਨਾਂ ਦਿਨਾਂ ਦੇ ਵਿੱਚ ਰਾਏਪੁਰ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੈ। ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਨੇ। ਇਹ ਜੋੜਾ ਭਾਈ ਸੋਹਣਾ ਤੇ ਸਾਧ ਸੰਗਤ ਉਹਦੀ ਘਰਵਾਲੀ ਬੀਬੀ ਮੋਹਣਾ ਜਿੰਨੀ ਵਾਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਗਏ, ਸਾਧ ਸੰਗਤ ਕੋਈ ਨਾ ਕੋਈ ਵਿਧ ਬਣ ਗਈ, ਵਾਜਾਂ ਵਾਲੇ ਦਾ ਦੀਦਾਰ ਨਹੀਂ ਹੋਇਆ। ਪ੍ਰਤੀਤ ਹੋਣ ਲੱਗ ਗਈ, ਯਕੀਨ ਹੋਣ ਲੱਗ ਗਿਆ, ਗੁਰੂ ਦੇ ਸਿੱਖ ਨੇ ਕਹੇ ਵਚਨ ਪੂਰੇ ਹੋਣ ਲੱਗ ਗਏ ਹੈ। ਸਾਧ ਸੰਗਤ ਜਿੰਨੀ ਵਾਰ ਦਰਸ਼ਨਾਂ ਨੂੰ ਗਏ, ਸਤਿਗੁਰੂ ਦੇ ਦਰਸ਼ਨ ਨਹੀਂ ਹੋਏ। ਕਿੰਨਾ ਸਮਾਂ ਰਾਏਪੁਰ ਦੇ ਵਿੱਚ ਬਰਾਜ ਕੇ ਮਹਾਰਾਜ ਤੁਰ ਚੱਲੇ ਆ। ਕਹਿੰਦੇ ਏਦਾਂ ਕਰਦੇ ਆ, ਆਪਾਂ ਰਾਹ ਦੇ ਵਿੱਚ ਜਾ ਕੇ ਖਲੋ ਜਾਂਦੇ ਆ, ਰਸਤੇ ਦੇ ਵਿੱਚ ਜਾ ਕੇ ਖਲੋ ਜਾਂਦੇ ਆ, ਰਾਹ ਵਿੱਚ ਜ਼ਰੂਰ ਦਰਸ਼ਨ ਹੋਣਗੇ। ਦੋਨੇ ਜਾਣੇ ਰਸਤੇ ਦੇ ਵਿੱਚ ਜਾ ਕੇ ਖਲੋ ਗਏ। ਸਾਧ ਸੰਗਤ ਸਾਰੀ ਸੰਗਤ, ਸਾਰਾ ਜਥਾ ਖਾਲਸਾ ਸਿੰਘ ਲੰਘ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਧ ਸੰਗਤ ਹੋਰ ਰਸਤੇ ਲੰਘ ਗਏ, ਉਡੀਕਦੇ ਹੀ ਰਹੇ। ਤੇ ਹੁਣ ਯਕੀਨ ਹੋ ਗਿਆ ਕਿ ਆਪਾਂ ਪੱਥਰਾਂ ਨੂੰ ਪੂਜਣ ਲੱਗੇ ਸੀ, ਪੱਥਰ ਦੀ ਪੂਜਾ ਕਰਦੇ ਸੀ। ਇੱਕ ਪੱਥਰ ਨੂੰ ਨਵਾਉਣ ਦੇ ਬਦਲੇ ਇੱਕ ਜਿਉਂਦੇ ਇਨਸਾਨ ਨੂੰ ਮਾਰ ਸੁੱਟਿਆ। 2 ਘੱਟ ਪਾਣੀ ਪਿਆ ਦਿੰਦੇ ਤੇ ਕੀ ਫਰਕ ਪੈ ਜਾਣਾ ਸੀ। ਹੁਣ ਸਾਧ ਸੰਗਤ ਪਛਤਾਵਾ ਲੱਗਿਆ ਤੇ ਹੁਣ ਭੁੱਲ ਬਖਸ਼ਾਉਣੀ ਚਾਹੁੰਦੇ ਐ। ਘਰ ਦੇ ਵਿੱਚ ਪਦਾਰਥ ਦਾ ਘਾਟਾ ਨਹੀਂ, ਕਹਿੰਦੇ ਚਲੋ ਆਨੰਦਪੁਰ ਸਾਹਿਬ ਚੱਲਦੇ ਆਂ, ਗਰੀਬ ਬਣ ਕੇ ਚੱਲਦੇ ਆਂ। ਫਿਰ ਸਾਧ ਸੰਗਤ ਮਨ ਦੇ ਵਿੱਚ ਖਿਆਲ ਆਇਆ, ਹੈ ਤਾਂ ਅਸੀਂ ਅਮੀਰ, ਸੁਰਤ ਦੇ ਨਾਲ ਤੇ ਅਮੀਰੀ ਜੁੜੀ ਰਹਿਣੀ ਹੈ, ਮਨ ਦੇ ਨਾਲ ਤੇ ਅਮੀਰੀ ਜੁੜੀ ਰਹਿਣੀ ਹੈ, ਗਰੀਬੀ ਦਾ ਤੇ ਭੇਖ ਕਰਾਂਗੇ। ਹੁਣ ਪਿਆਰ ਪੈਦਾ ਹੋ ਰਿਹਾ। ਸਾਧ ਸੰਗਤ ਆ ਪੱਥਰਾਂ ਵੱਲੋਂ, ਠਾਕਰਾਂ ਵੱਲੋਂ ਹਟ ਕੇ ਜਿਉਂਦੇ ਠਾਕਰ ਦੇ ਵੱਲ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਧਿਆਨ ਜਾ ਰਿਹਾ ਹੈ। ਕੀ ਕੀਤਾ? ਸਾਰਾ ਕੁਝ ਸਾਧ ਸੰਗਤ ਵੇਚ ਦਿੱਤਾ, ਵੇਚ ਕੇ ਗਰੀਬਾਂ ਦੇ ਵਿੱਚ ਵੰਡ ਦਿੱਤਾ। ਤੇ ਸਾਧ ਸੰਗਤ ਜਗ੍ਹਾ ਜਗ੍ਹਾ ਤੇ ਕੋਹ ਤੇ ਖੂਹ ਲਵਾ ਦਿੱਤੇ ਕਿ ਸਾਡੇ ਕੋਲੋਂ ਬੇਅਦਬੀ ਹੋ ਗਈ, ਭੁੱਲ ਹੋ ਗਈ। ਗੁਰੂ ਦਾ ਇੱਕ ਸਿੱਖ 2 ਘੁੱਟ ਪਾਣੀ ਨੂੰ ਤਰਸਦਾ ਵਿਦਾ ਹੋ ਗਿਆ। ਅੱਜ ਤੋਂ ਬਾਅਦ ਕੋਈ ਪਾਣੀ ਤੋਂ ਨਾ ਤੜਫੇ। ਜਗ੍ਹਾ ਜਗ੍ਹਾ ਤੇ ਇਲਾਕੇ ਦੇ ਵਿੱਚ ਸਾਧ ਸੰਗਤ ਉਹਨਾਂ ਨੇ ਖੂਹ ਲਵਾ ਦਿੱਤੇ ਹੈ। ਸਾਰਾ ਕੁਝ ਵੇਚ ਕੇ ਸਾਧ ਸੰਗਤ ਗਰੀਬ ਬਣ ਕੇ ਪੱਲੇ ਕੁਝ ਨਹੀਂ ਲਿਆ, ਖਾਲੀ ਹੱਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਆਨੰਦਪੁਰ ਸਾਹਿਬ ਜਾ ਰਹੇ ਨੇ।
ਤੇ ਸਾਧ ਸੰਗਤ ਬੜੀ ਵਾਰ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ, ਪਰ ਕੀ ਕਰੀਏ, ਬਾਣੀ ਕਹਿੰਦੀ ਹੈ ਦਰਸ਼ਨ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ ਮਨ ਤਾਂ ਲੋਚਦਾ। ਪਰ ਸਾਧ ਸੰਗਤ ਵਿੱਚ ਕੋਈ ਕਰਮ ਇਹੋ ਜਿਹਾ ਕਰ ਲਿਆ ਜਿਹੜਾ ਸਾਧ ਸੰਗਤ ਕੰਧ ਬਣ ਕੇ ਖਲੋ ਜਾਂਦਾ ਹੈ। ਜਿੰਨੀ ਵਾਰ ਜਾਂਦੇ ਆ ਸਾਧ ਸੰਗਤ ਦਰਸ਼ਨ ਨਹੀਂ ਹੁੰਦੇ। ਫਿਰ ਮਨ ਦੇ ਨਾਲ ਇਰਾਦਾ ਕੀਤਾ ਦੋਨਾਂ ਜੀਆਂ ਨੇ, ਚਲੋ ਜੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਤੇ ਦੂਰ ਰਹਿ ਕੇ ਗੁਰੂ ਸਾਹਿਬ ਵਾਸਤੇ ਸੇਵਾ ਤੇ ਕਰ ਸਕਦੇ ਆ। ਸਾਧ ਸੰਗਤ ਇੱਕ ਬਾਗ ਸੀ, ਬਗੀਚਾ ਸੀ, ਸਤਿਗੁਰਾਂ ਦਾ ਬਾਗ, ਜਿਸ ਬਾਗ ਦੇ ਵਿੱਚੋਂ ਰੋਜ਼ ਫੁੱਲ ਜਾਂਦੇ ਸਨ। ਮਾਤਾ ਜੀਤੋ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਹੋ ਕੇ ਅੰਮ੍ਰਿਤ ਵੇਲੇ ਜਦੋਂ ਦੀਵਾਨ ਦੇ ਵਿੱਚ ਜਾਇਆ ਕਰਦੇ ਨਾ, ਮਾਤਾ ਜੀਤੋ ਜੀਆਂ ਦਾ ਸਾਧ ਸੰਗਤ ਇਹ ਨਿਤਨੇਮ ਸੀ, ਰੋਜ਼ ਇੱਕ ਸੋਹਣੇ ਫੁੱਲਾਂ ਦਾ ਹਾਰ ਪਰੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਲ ਵਿੱਚ ਪਾਉਣਾ ਤੇ ਫਿਰ ਸਾਧ ਸੰਗਤ ਦਰਬਾਰ ਦੇ ਵੱਲ ਤੋਰਨਾ ਚਰਨਾਂ ਤੇ ਨਮਸਕਾਰ ਕਰਕੇ। ਬੜਾ ਸੋਹਣਾ ਸਾਧ ਸੰਗਤ ਮਾਤਾ ਜੀਆਂ ਨੇ ਬਾਗ ਲਵਾ ਰੱਖਿਆ ਸੀ। ਭਾਈ ਕੇਸਰਾ ਸਿੰਘ ਸਾਧ ਸੰਗਤ ਉਸ ਬਾਗ ਦਾ ਮਾਲੀ ਹੈ। ਦੋਨੋਂ ਜਾਣਿਆਂ ਨੇ ਸਾਧ ਸੰਗਤ ਸਲਾਹ ਕੀਤੀ, ਸਤਿਗੁਰੂ ਦੇ ਦਰਸ਼ਨ ਨਹੀਂ ਹੋਣ ਲੱਗੇ, ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ, ਗੁਰੂ ਵਾਸਤੇ ਸੇਵਾ ਤੇ ਕਰ ਸਕਦੇ ਹਾਂ। ਸੇਵਾ ਕਰ ਕਰਕੇ ਸ਼ਾਇਦ ਕਿਤੇ ਉਸ ਦਾਤੇ ਦੇ ਮਨ ਵਿੱਚ ਮਿਹਰ ਪਵੇ, ਸਾਨੂੰ ਆਪਣੇ ਪਵਿੱਤਰ ਦੀਦਾਰ ਬਖਸ਼ੇ। ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸੱਚ ਸ਼ਾਹੋ ਬੰਦੀ ਮੋਚ, ਦੀਦ ਨੇ ਦੀਦਾਰ ਸਾਹਿਬ ਕਸ਼ ਨਾਹੀ ਇਸਕਾ ਮੋਲ। ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ, ਦਸਤਗੀਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ, ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ। ਕਿਤੇ ਸਮਾਂ ਆਵੇਗਾ ਮਹਾਰਾਜ ਦੇ ਕਿਰਪਾ ਕਰਨਗੇ, ਰਹਿਮਤ ਕਰਨਗੇ, ਕਿਤੇ ਨਾ ਕਿਤੇ ਦਰਸ਼ਨ ਹੋਣਗੇ, ਇਹ ਆਸ ਹੈ। ਤਾਂ ਗਏ ਮਨ ਦੇ ਵਿੱਚ। ਭਾਈ ਕੇਸਰਾ ਸਿੰਘ ਮਾਲੀ ਦੇ ਕੋਲ ਚਲੇ ਗਏ, ਸਾਨੂੰ ਕੋਈ ਡਿਊਟੀ ਦੇ ਦੇ, ਸਾਨੂੰ ਕੋਈ ਕੰਮ ਦੇ ਦੇ, ਸਾਨੂੰ ਫੁੱਲ ਲਾਉਣੇ ਆਉਂਦੇ ਐ, ਸਾਨੂੰ ਫੁੱਲਾਂ ਦੀ ਸੰਭਾਲ ਕਰਨੀ ਆਉਂਦੀ ਹੈ, ਸਾਨੂੰ ਫੁੱਲਾਂ ਤੋਂ ਬੀਜ ਤਿਆਰ ਕਰਨੇ ਆਉਂਦੇ ਐ। ਸਾਧ ਸੰਗਤ ਭਾਈ ਕੇਸਰਾ ਸਿੰਘ ਨੇ 2-4 ਦਿਨ ਉਹਨਾਂ ਨੂੰ ਵੇਖਿਆ, ਉਹਨਾਂ ਤੋਂ ਕੰਮ ਕਰਾ ਕੇ ਵੇਖਿਆ, ਪਤਾ ਲੱਗਿਆ ਫੁੱਲਵਾੜੀ ਦਾ, ਫੁੱਲ ਬਗੀਚੇ ਦਾ ਵਧੀਆ ਕੰਮ ਕਰ ਲੈਂਦੇ ਐ। ਤੇ ਸਾਧ ਸੰਗਤ ਇੱਕ ਕੱਚਾ ਜਿਹਾ ਕੋਠਾ ਦੇ ਦਿੱਤਾ ਇੱਕ ਪਾਸੇ ਸਾਧ ਸੰਗਤ ਬਾਗ ਦੇ, ਤੇ ਦੋਨਾਂ ਦੀ ਡਿਊਟੀ ਲਾ ਦਿੱਤੀ ਫੁੱਲਾਂ ਦੇ ਉੱਤੇ ਕਿ ਸੋਹਣੇ ਸੋਹਣੇ ਫੁੱਲ ਤਿਆਰ ਕਰਨੇ ਐ। ਬੇਰ ਉੱਤੇ ਬੇਬਹਾਰੇ ਮੌਸਮ ਹੋਵੇ ਭਾਵੇਂ ਨਾ ਹੋਵੇ, ਪਰ ਗੁਰੂ ਦੇ ਬਾਗ ਦੇ ਵਿੱਚ ਫੁੱਲ ਜ਼ਰੂਰ ਹੋਣੇ ਚਾਹੀਦੇ ਐ। ਮਾਤਾ ਜੀਤੋ ਜੀ ਰੋਜ਼ ਸਵੇਰੇ ਫੁੱਲ ਮੰਗਾਉਂਦੇ ਐ, ਉਹਨਾਂ ਫੁੱਲਾਂ ਦਾ ਸਿਹਰਾ ਹਾਰ ਪਰੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਲ ਵਿੱਚ ਪਾਉਂਦੇ, ਫੇਰ ਚਰਨਾਂ ਤੇ ਨਮਸਕਾਰ ਕਰਕੇ ਦਰਬਾਰ ਵਿੱਚ ਭੇਜਦੇ ਨੇ। ਰੁੱਤ ਹੋਵੇ ਭਾਵੇਂ ਨਾ ਹੋਵੇ, ਪਰ ਬਾਗ ਦੇ ਵਿੱਚ ਫੁੱਲ ਜ਼ਰੂਰ ਹੋਣੇ ਚਾਹੀਦੇ ਐ। ਬੜੀ ਲਗਨ ਦੇ ਨਾਲ ਸਾਧ ਸੰਗਤ ਦੋਨੋਂ ਜੀ ਉਹ ਬਗੀਚੇ ਦੇ ਵਿੱਚ, ਬਾਗ ਦੇ ਵਿੱਚ ਸੇਵਾ ਕਰਦੇ ਐ, ਫੁੱਲ ਉਗਾਉਂਦੇ ਐ, ਕਲਮਾਂ ਘੜ ਲਾਉਂਦੇ ਐ, ਤਰ੍ਹਾਂ ਤਰ੍ਹਾਂ ਦੇ ਸਾਧ ਸੰਗਤ ਪਾਤਸ਼ਾਹ ਵਾਸਤੇ ਫੁੱਲ ਤਿਆਰ ਕਰਦੇ ਨੇ। ਤੇ ਅੱਜ ਜਦੋਂ ਸੇਵਾਦਾਰ ਫੁੱਲ ਲੈਣ ਵਾਸਤੇ ਆਇਆ ਹੈ, ਅੰਮ੍ਰਿਤ ਵੇਲੇ ਫੁੱਲ ਤੋੜ ਕੇ ਦੇ ਰਹੇ ਨੇ ਤੇ ਨਾਲੇ ਕਹਿ ਰਹੇ ਨੇ, ਓਏ ਨੇਕ ਨਸੀਬ ਤੁਹਾਡੇ ਮਿੱਤਰੋ, ਜਾਏ ਪੀਆ ਗਲ ਪੈਣਾ। ਫੁੱਲਾਂ ਨਾਲ ਹੀ ਗੱਲਾਂ ਕਰਦੇ ਆ, ਸਾਡੇ ਨਾਲੋਂ ਤਾਂ ਤੁਹਾਡੇ ਚੰਗੇ ਭਾਗ ਨੇ। ਸਤਿਗੁਰੂ ਦੇ ਗਲ ਦਾ, ਸਤਿਗੁਰੂ ਦੇ ਗਲ ਦਾ ਸ਼ਿੰਗਾਰ ਬਣੋਗੇ, ਨੇਕ ਨਸੀਬ ਤੁਹਾਡੇ ਮਿੱਤਰੋ। ਭਾਈ ਵੀਰ ਸਿੰਘ ਜੀਆਂ ਨੇ ਬੜੀ ਵੈਰਾਗਮਈ ਸਾਧ ਸੰਗਤ ਤੇ ਸਾਖੀ ਲਿਖੀ ਹੈ ਗੁਰੂ ਕਲਗੀਧਰ ਚਮਤਕਾਰ ਦੇ ਵਿੱਚ ਬੜੀਆਂ ਪਿਆਰ ਵਾਲੀਆਂ ਸਾਧ ਸੰਗਤ ਕਵਿਤਾਵਾਂ ਲਿਖ ਕੇ, ਨੇਕ ਨਸੀਬ ਤੁਹਾਡੇ ਮਿੱਤਰੋ, ਜਾ ਪੀਆ ਗਲ ਪੈਣਾ। ਫੁੱਲਾਂ ਨੂੰ ਕਹਿ ਰਹੇ ਨੇ ਸਾਡੇ ਨਾਲੋਂ ਤੇ ਤੁਹਾਡੇ ਭਾਗ ਚੰਗੇ ਨੇ।
ਜਿਨ੍ਹਾਂ ਨੂੰ ਗੁਰੂ ਕੇ ਗਲ ਵਿੱਚ ਪੈਣਾ ਤੇ ਨਸੀਬ ਹੋ ਜਾਂਦਾ ਹੈ। ਪਰ ਪਤਾ ਨਹੀਂ ਸਾਡੇ ਵਾਸਤੇ ਉਹ ਭਾਗਾਂ ਵਾਲਾ ਦਿਨ ਕਦੋਂ ਆਵੇਗਾ। ਫੁੱਲ ਤੋੜ ਕੇ ਦੇ ਦਿੱਤੇ ਹੈ, ਵੀਣਾ ਚੁੱਕੀ ਹੈ, ਸਰੰਦਾ ਚੁੱਕਿਆ ਹੈ, ਸਦ ਸੰਗਤ ਸ਼ਬਦ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਹੈ। प्रभ कीजै कृपा निधान हम हर गुण गावेंगे। हाँ तुमरी करहूँ नित आस प्रभ मोहे कब गल लावेंगे। मैं आसा करदा जी कदों गल लाओगे, आसा करदा जी कदों गल लाओगे। मैं आसा करदा तुमरी करूं नित आस प्रभ मोहे कब गल लावेंगे। इस तरह विरागमई शब्द पढ़ने। फुल लैके सेवादार माता जीतो जियां कोल गए। बड़े साध संगत सोहने फुल ते माता जी पुछदे है फुल ते बड़े समय दे बाग दे विचों आउंदे है, पर जेड़े आ फुल आए ने इहो जे फुल नहीं वेखे, किन्ने तैयार कीते। साध संगत ओ सेवादार आखन लगा कहंदा दो जी नवें आए ने बाग दे विच, ओ फुल्लां दी सेवा करदे है। माता जी ने भाई केसरा सिंह नूं सद्दिया। कौन ने? कहंदे रायपुर दे रहन वाले ने ते बाग दे विच सेवा करदे है। माता जीतो जी आखन लगे धन गुरु गोबिंद सिंह महाराज दे दर्शन कीते। कहंदे पातशाह दा हुक्म नहीं। मैं एक बार बेनती कीती सी। भाई केसरा सिंह आखन लगे मैं बेनती कीती सी। धन गुरु गोबिंद सिंह महाराज उच्ची आवाज दे विच आखन लगे दर्शन नहीं जे देण लगा। ਉਹ ਸਿੱਖ ਦੇ ਬਚਨ ਦੁਹਰਾ ਦਿੱਤੇ। ਉਹਨਾਂ ਨੂੰ ਹੁਕਮ ਨਹੀਂ, ਉਹਨਾਂ ਨੂੰ ਗੁਰੂ ਕੇ ਦਰਸ਼ਨ ਨਹੀਂ ਹੁੰਦੇ। ਮਾਤਾ ਜੀਤੋ ਜੀ ਆਖਣ ਲੱਗੇ ਜੇ ਉਹਨਾਂ ਨੂੰ ਗੁਰੂ ਕੇ ਦਰਸ਼ਨ ਨਹੀਂ ਹੁੰਦੇ ਤੇ ਇਹੋ ਜੇ ਗੁਰੂ ਮਾਰਿਆਂ ਦੇ ਫੁੱਲ ਮੇਰੇ ਵਾਸਤੇ ਕਿਉਂ ਲੈ ਕੇ ਆਏ ਹੋ?
साध संगत केसरा सिंह आखन लगा, माता जी माता जीतो जियां नूं साध संगत अम्मी जी कह के सद्या जांदा सी। आखन लगा, अम्मी जी सतगुरां ने दर्शनां तो मना कीता, सेवा तो मना नहीं कीता। फुल गुरु के दरबार दे विच रोज इन्हां दे हत्थ देई जांदे है। दर्शनां तो मना कीता है, सेवा तो नहीं। सो अज माता जीतो जी साध संगत फुल्लां दा हार बना के नाले धन गुरु गोबिंद सिंह महाराज दे गल विच पा रहे, नाले बेनती करदे, पातशाह आप तां बख्शनहारो, कुल दुनिया नूं दर्शन दे के निहाल करदे हो। जिथे जिथे कोई याद करदा, सुरत करके भी याद करदा है, सुरती बिरती दे राहीं पहुँच के भी उहनूं दर्शन दे के निहाल करदे हो। दो जी रायपुर तो आए ने, इहो जी किहड़ी करोपी हो गई, आप जी दे दीदार ही नहीं हो रहे उन्हां नूं। सतगुरु आखन लगे, कहन लगे, जीता गुरु मारे नूं ते सिख बख्शा लैंदा है, पर सिख मारे नूं कौन बख्शावे। सतगुरु आखन लगे, उन्हां दा प्यार ते सच्चा है, प्रीत ते सच्ची है, पर मैं की करां। सतगुरु कहन लगे, मैनू ते मेरा सिख बन गया अपने बचनां दे विच। मेरी बांधी भगत छडावे, बांधी भगत ना छूटै मोहै, एक समय मोको गह बांधा तौफुन मोपै, जवाब ना होए। पातशाह कहंदे है, अखीरी समा सी मेरे प्यारे सिख दा, 2 घुट पानी मंगदा इन्हां ने मुख विच नहीं पाया। कर्म कांड दे विच फसे असीं तां जी ठाकर नूं सुच्चा पानी लैके जाना है। ते साध संगत महाराज कहंदे है, मेरा सिख पानी खुणों प्राण त्याग गया ते जांदा जांदा वचन कर गया, नाले प्यार नाले पानी तो तरसाउणा, दर्शन नहीं जे देण लगा। बस मेरे सिख दे वचन हन, भगत मुखां ते बोलदे से वचन होवंदे। मैं अपने सिख दा, अपने प्यारे दा महाराज कहंदे वचन नहीं मोड़ सकदा। गुरु मारे नूं ते संगत, गुरु मारे नूं ते सिख बख्शा लैंदे है, पर सिख मारे नूं संगत दे मारे नूं कौन बख्शावे। खेती फसल धुप दे नाल मर जावे ते पानी दे नाल हरी हो जांदी है, ते जे साध संगत फसल मरे ही पानी दे नाल, फिर उहनूं ना धुप हरा करे ते ना पानी हरा करे। मेरी बद्दी मेरे भगत छडाउंदे, भगतां दी बद्दी नहीं छुटदी। मेरी बद्दी मेरे भगत छडाउंदे ने, भगतां दी बद्दी नहीं छुटदी। बद्धी भगत छडावै, बाधी भगत ना छूटै मोह, एक समय मोह को गै बांधा तोफुन मोह पै, जवाब ना होए। इस तरह धन गुरु गोबिंद सिंह महाराज ने आख्या,
ਤੇ ਸਾਧ ਸੰਗਤ ਮਾਤਾ ਜੀਤੋ ਜੀਆਂ ਨੂੰ ਉਹਨਾਂ ਦੋਨਾਂ ਜੀਆਂ ਦੇ ਪ੍ਰਤੀ ਮਨ ਦੇ ਵਿੱਚ ਬੜਾ ਪਿਆਰ ਪੈਦਾ ਹੋਇਆ। ਸਤਿਗੁਰਾਂ ਤੋਂ ਆਗਿਆ ਲਈ ਪਾਤਸ਼ਾਹ ਆਪ ਜੀ ਦੇ ਦਰਸ਼ਨ ਨਹੀਂ ਉਹਨਾਂ ਨੂੰ ਹੋ ਸਕਦੇ, ਮੈਂ ਤੇ ਜਾ ਕੇ ਉਹਨਾਂ ਨੂੰ ਮਿਲ ਸਕਦੀ ਹਾਂ ਨਾ, ਕੁਝ ਹੌਸਲਾ ਦੇ ਸਕਦੀ ਹਾਂ, ਕੋਈ ਬਚਨ ਬਲਾਸ ਕਰ ਸਕਦੀ ਹਾਂ। ਅਜੇ ਤੱਕ ਕਰਮ ਕਾਂਡਾਂ 'ਚ ਠਾਕਰਾਂ ਦੀ ਪੂਜਾ ਦੇ ਵਿੱਚ ਪਏ ਸੀ। ਮੈਂ ਗੁਰਮਤਿ ਵਾਲਾ ਰਾਹ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਦੱਸੀ ਹੋਈ ਮਰਿਆਦਾ ਦੱਸ ਕੇ ਮੈਂ ਸੁਰਤਾਂ ਨੂੰ ਤੇ ਉੱਚਾ ਚੁੱਕ ਸਕਦੀ ਹਾਂ। ਸਤਿਗੁਰੂ ਆਖਣ ਲੱਗੇ ਬੜੇ ਪੁੰਨ ਦਾ ਕੰਮ ਹੈ ਕਿਸੇ ਨੂੰ ਜੀਵਨ ਦੇਣਾ। ਸਾਧ ਸੰਗਤ ਸਭ ਤੋਂ ਵੱਡਾ ਜਿਹੜਾ ਕਾਰਜ ਹੈ ਨਾ ਇਹੋ ਹੀ ਹੈ, ਕਿਸੇ ਨੂੰ ਸਾਧ ਸੰਗਤ ਜੀਵਨ ਦੇ ਦੇਣਾ, ਕਿਸੇ ਨੂੰ ਚੰਗੇ ਮਾਰਗ ਤੇ ਲਾ ਦੇਣਾ। ਇਹ ਸਭ ਤੋਂ ਵੱਡਾ ਸਾਧ ਸੰਗਤ ਪੁੰਨ ਦਾ ਕੰਮ ਹੈ। ਸਤਿਗੁਰੂ ਆਖਣ ਲੱਗੇ ਮੈਨੂੰ ਤੇ ਮੇਰੇ ਸਿੱਖ ਨੇ ਪਿਆਰ ਦੇ ਵਿੱਚ ਬੰਨਿਆ, ਪਰ ਤੁਹਾਨੂੰ ਆਗਿਆ ਤੁਸੀਂ ਜਾਇਆ ਕਰੋ, ਗੁਰਮਤਿ ਦੇ ਬਚਨ ਉਹਨਾਂ ਦੇ ਨਾਲ ਕਰਿਆ ਕਰੋ, ਜੀ ਦਾਨ ਦਿਓ ਉਹਨਾਂ ਨੂੰ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਈ, ਜੀਵਨ ਦਿਓ ਉਹਨਾਂ ਨੂੰ। ਨਾਮ ਜਪਣ ਦਾ ਵੱਲ, ਨਾਮ ਜਪਣ ਦਾ ਢੰਗ ਸਿਖਾਓ, ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਲਿਆਓ। ਸਾਧ ਸੰਗਤ ਮਾਤਾ ਜੀਤੋ ਜੀ ਸਤਿਗੁਰੂ ਤੋਂ ਆਗਿਆ ਲੈ ਕੇ ਹੁਣ ਰੋਜ਼ ਸਾਧ ਸੰਗਤ ਬਾਗ ਦੇ ਵਿੱਚ ਜਾਣਾ। ਉਹ ਬੀਬੀ ਦੇ ਕੋਲ, ਬੀਬੀ ਮੋਹਣਾ ਦੇ ਕੋਲ ਜਾ ਕੇ ਸਾਧ ਸੰਗਤ ਬੈਠਣਾ, ਕੀਰਤਨ ਸੁਣਨਾ, ਸੁਰਤ ਜੋੜ ਲੈਣੀ ਸਾਧ ਸੰਗਤ ਗੁਰੂ ਦੇ ਚਰਨਾਂ ਦੇ ਵਿੱਚ। ਸਤਿਗੁਰੂ ਦਾ ਦੀਦਾਰ ਤੇ ਸ਼ਾਇਦ ਸਾਡੇ ਕਰਮਾਂ ਦੇ ਵਿੱਚ ਨਹੀਂ ਲਿਖਿਆ, ਪਹਿਲਾਂ ਵੀ ਬਚਨ ਕੀਤੇ ਸਨ, ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਸ਼ਾਇਦ ਗੁਰੂ ਕਾ ਮਿਲਾਪ, ਗੁਰੂ ਕੇ ਦਰਸ਼ਨ ਤੇ ਸਾਡੇ ਕਰਮਾਂ ਦੇ ਵਿੱਚ ਨਹੀਂ, ਪਰ ਸੁਰਤ ਕਰਕੇ ਤੇ ਗੁਰੂ ਚਰਨਾਂ ਦੇ ਨਾਲ ਜੁੜ ਸਕਦੇ ਹਾਂ। ਸੁਰਤ ਨੂੰ ਸਾਧ ਸੰਗਤ ਗੁਰੂ ਚਰਨਾਂ ਨਾਲ ਜੋੜ ਲੈਣਾ, ਨਾਮ ਜਪਣਾ, ਆਪਣੇ ਆਪ ਤੋਂ ਸਾਧ ਸੰਗਤ ਉੱਚਿਆਂ ਉੱਠ ਜਾਣਾ। ਕਿੰਨਾ ਕਿੰਨਾ ਸਮਾਂ ਉਸੇ ਵਜਦ ਵਿੱਚ, ਉਸੇ ਆਨੰਦ ਵਿੱਚ, ਉਸੇ ਰੰਗ ਵਿੱਚ, ਉਸੇ ਸਰੂਰ ਵਿੱਚ ਬੈਠਿਆਂ ਲੰਘ ਜਾਣਾ। ਫੇਰ ਸਾਧ ਸੰਗਤ ਮਨ ਦੇ ਵਿੱਚੋਂ ਹੌਕੇ ਦੇ ਰੂਪ ਦੇ ਵਿੱਚ, ਜਿਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਬੈਠੇ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕਰਦੇ ਐ, ਸ਼ਬਦ ਹਜ਼ਾਰੇ ਸਾਧ ਸੰਗਤ ਉਚਾਰ ਰਹੇ ਨੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬੇਣਾ ਦਰਸ਼ਨ ਸੰਤ ਪਿਆਰੇ ਜੀਓ। ਕਿਤੇ ਕਿਤੇ ਇਸ ਤਰ੍ਹਾਂ ਸਾਧ ਸੰਗਤ ਵੈਰਾਗ ਦੇ ਵਿੱਚ ਆਉਣਾ। ਆਪ ਮਹਾਰੇ ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਅੱਖੀਆਂ ਨੇ ਲੋਚਦੀਆਂ, ਕਦੋਂ ਹੋਣਗੇ ਦੀਦਾਰੇ ਸੱਚੇ ਪਾਤਸ਼ਾਹ, ਅੱਖੀਆਂ ਨੇ
ਤਰ੍ਹਾਂ ਸਾਧ ਸੰਗਤ ਗੁਰੂ ਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਆਸ ਤਾਂ ਹੈ, ਉਮੀਦ ਤੇ ਹੀ ਸਾਧ ਸੰਗਤ ਜ਼ਿੰਦਗੀ ਟਿਕੀ ਹੁੰਦੀ ਹੈ। ਆਸ ਹੈ। ਕਬੀਰ ਜੀ ਕਹਿੰਦੇ ਹੈ, ਪੰਥ ਨਿਹਾਰੇ ਕਾਮਣੀ। ਪਤੀ ਪਰਦੇਸ ਗਿਆ, ਕਾਮਣੀ ਕਹਿੰਦੇ ਨੇ ਇਸਤਰੀ ਨੂੰ, ਰਸਤਾ ਵੇਖ ਰਹੀ ਹੈ। ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲਿਓ ਸਾਸਾ, ਔਰ ਨਾ ਭਿਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ, ਉੱਡੋ ਨਾ ਕਾਗਾ ਕਾਰੇ, ਜਿਹਨੂੰ ਔਸੀਆਂ ਪਾਉਣੀਆਂ ਆਖਦੇ। ਕਾਵਾਂ ਨੂੰ ਸਾਧ ਸੰਗਤ ਉਡਾਉਣਾ, ਉੱਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਸੋ ਮਾਤਾ ਜੀਤੋ ਜੀਆਂ ਦੀ ਸੰਗਤ ਕਰਕੇ ਸਵਾਸਾਂ ਨੂੰ ਸੰਭਾਲਣਾ ਆ ਗਿਆ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਜੀਵਨ ਪਦਵੀ ਸਾਧ ਸੰਗਤ ਪ੍ਰਾਪਤ ਹੋ ਗਈ ਹੈ। ਗੁਰੂ ਦੇ ਦਰਸ਼ਨ ਭਾਵੇਂ ਅਜੇ ਤੱਕ ਨਹੀਂ ਮਿਲੇ। ਵੇਖੋ ਦਰਸ਼ਨਾਂ ਦੀ ਸਾਧ ਸੰਗਤ ਸਿੱਖ ਸਾਡੇ ਮਨਾਂ 'ਚ ਤੇ ਕਦੇ ਸਾਧ ਸੰਗਤ ਚਾਹ ਵਿਰਲਿਆਂ ਦੀ ਪੈਦਾ ਹੁੰਦਾ ਹੈ। ਵਿਰਲਿਆਂ ਦੇ ਮਨਾਂ ਦੇ ਵਿੱਚ ਹੀ ਦਰਸ਼ਨਾਂ ਦੀ ਪਿਆਸ ਪੈਦਾ ਹੁੰਦੀ ਹੋਵੇਗੀ। ਵਿਰਲਿਆਂ ਦੇ ਮਨਾਂ ਦੇ ਵਿੱਚ ਕਹਿੰਦੇ ਕਿੱਥੇ ਕਰੀਏ ਗੁਰੂ ਕੇ ਦਰਸ਼ਨ। ਬਾਣੀ ਪੜ੍ਹੋ, ਸਾਧ ਸੰਗਤ ਗੁਰੂ ਸਾਹਿਬ ਨਾਲ ਗੱਲਾਂ ਕਰਨ ਦੇ ਬਰਾਬਰ ਹੈ। ਗੁਰੂ ਰੂਪ ਸੰਗਤਾਂ ਦੇ, ਗੁਰੂ ਰੂਪ ਖਾਲਸੇ ਦੇ ਦਰਸ਼ਨ ਕਰੀਏ। ਸਤਿਗੁਰੂ ਕਹਿੰਦੇ ਪੰਜਾਂ ਦੇ ਵਿੱਚ ਮੈਂ ਵਸਦਾ। ਕਹਿੰਦੇ ਜੇ ਪੰਜ ਨਾ ਮਿਲਣ ਮਹਾਰਾਜ ਕਹਿੰਦੇ 4 3 2 1, ਕਹਿੰਦੇ ਇੱਕ ਵੀ ਨਾ ਮਿਲੇ। ਬਾਜਾਂ ਵਾਲੇ ਆਖਦੇ ਆ ਤਿਆਰ ਬਰ ਤਿਆਰ ਹੋ ਕੇ, ਪੰਜਾਂ ਕਕਾਰਾਂ ਦਾ ਹੋ ਕੇ ਧਾਰਨੀ, ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਹੀ ਤੱਕ ਲਈ ਮੇਰੇ ਦਰਸ਼ਨ ਹੋ ਜਾਣਗੇ। ਖਾਲਸੇ ਦੇ ਵਿੱਚ ਗੁਰੂ ਵਸਦਾ ਹੈ। ਜਿਹੜਾ ਸਤਿਗੁਰੂ ਸਾਧ ਸੰਗਤ ਸਾਨੂੰ ਆਪਣਾ ਪਰਿਵਾਰ ਕਹਿ ਰਿਹਾ, ਆਪਣਾ ਰੂਪ ਕਹਿ ਰਿਹਾ, ਐਡੀ ਵੱਡੀ ਕਿਰਪਾ ਕਰ ਰਿਹਾ। ਕਹਿੰਦਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਜਿਹੜਾ ਸਤਿਗੁਰੂ ਇੰਨਾ ਮਾਣ ਦਿੰਦਾ ਹੈ, ਇੰਨੀ ਵਡਿਆਈ ਦਿੰਦਾ, ਕਹਿੰਦਾ ਮੈਨੂੰ ਤੇ ਮੇਰੇ ਖਾਲਸੇ ਨੇ ਸਾਜ ਦਿੱਤਾ ਹੈ। ਵੇਖੋ ਸਤਿਗੁਰੂ ਦੀ ਸਾਧ ਸੰਗਤ ਗਰੀਬੀ ਨਿਮਰਤਾ। ਸਭ ਤੋਂ ਵੱਧ ਸਾਧ ਸੰਗਤ ਨਸ਼ੇ। ਪੰਜਾਬ ਦੀ ਧਰਤੀ ਤੇ ਸਾਧ ਸੰਗਤ ਵਰਤੇ ਜਾਂਦੇ ਆ, ਜਿੱਥੇ ਕਦੇ ਅੰਮ੍ਰਿਤ ਦੇ ਝਰਨੇ ਵਗਣੇ ਚਾਹੀਦੇ ਸਨ, ਜਿੱਥੇ ਸੰਗਤਾਂ ਦੇ ਮਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਅਥਾਹ ਸਾਧ ਸੰਗਤ ਪਿਆਰ, ਅਥਾਹ ਸ਼ਰਧਾ ਹੋਣੀ ਚਾਹੀਦੀ ਸੀ। ਸੋ ਸਤਿਗੁਰੂ ਕਿਰਪਾ ਕਰਨ, ਸਮਤ ਦੇਣ, ਸੋਝੀ ਬਖਸ਼ਣ, ਕਿਤੇ ਸਾਡੇ ਮਨ 'ਚ ਵੀ ਸਾਧ ਸੰਗਤ ਗੁਰੂ ਦਰਸ਼ਨ ਦੀ ਤਾਂ, ਗੁਰੂ ਦਰਸ਼ਨ ਦਾ ਪਿਆਰ ਪੈਦਾ ਹੋਵੇ। ਸੋ ਆਓ ਦੋਨੋਂ ਜੀ ਸਾਧ ਸੰਗਤ ਸਮਾਂ ਮਿਲਣਾ ਕੀਰਤਨ ਦੇ ਵਿੱਚ ਆਪੋ ਆਪਣੇ ਸਾਜ਼ ਚੁੱਕਣੇ। ਇੱਕ ਨੇ ਵੀਣਾ ਚੁੱਕਣੀ, ਇੱਕ ਨੇ ਸਰੋਦਾ ਚੁੱਕਣਾ। ਸਾਧ ਸੰਗਤ ਕੀਰਤਨ ਦੇ ਵਿੱਚ ਜੁੜ ਜਾਣਾ। ਗੁਰਬਾਣੀ ਦੇ ਕੀਰਤਨ ਸਾਧ ਸੰਗਤ ਕਰਨੇ, ਗੁਰਬਾਣੀ ਦੇ ਸ਼ਬਦ ਪੜ੍ਹਨੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਮਾਤਾ ਜੀਤੋ ਜੀਆਂ ਤੋਂ ਸਾਧ ਸੰਗਤ ਸਿੱਖਿਆ ਲੈ ਕੇ ਜੀਵਨ ਪਦਵੀ ਮਿਲ ਗਈ ਹੈ। ਜਿਹੜਾ ਮਨ ਖੁਸ਼ਕ ਸੀ, ਸਾਧ ਸੰਗਤ ਮਨ ਹਰਿਆਵਲ ਦੇ ਵਿੱਚ ਆ ਗਿਆ। ਜਿਹੜਾ ਮਨ ਕਰਮ ਕਾਂਡਾਂ ਦੇ ਵਿੱਚ ਸਾਧ ਸੰਗਤ ਫਸਿਆ ਸੀ, ਅੱਜ ਸਾਧ ਸੰਗਤ ਮਨ ਉਹ ਪ੍ਰੀਤ ਭਾਵਨਾ ਵਾਲਾ ਬਣ ਚੁੱਕਿਆ ਹੈ। ਨਾਮ ਜਪਣਾ, ਬਾਣੀ ਪੜ੍ਹਨੀ, ਗੁਰੂ ਕੇ ਦਰਸ਼ਨ ਵਾਸਤੇ ਸਾਧ ਸੰਗਤ ਹਮੇਸ਼ਾ ਅਰਦਾਸਾਂ ਕਰਦਿਆਂ ਰਹਿਣਾ। ਸਮਾਂ ਲੰਘਿਆ, ਪੋਹ ਦੀ ਸੱਤੇ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣਾ ਨੇ। ਅੱਜ ਇਹ ਵਿਚਾਰ ਇਸੇ ਕਰਕੇ ਸਾਧ ਸੰਗਤ ਆਪ ਸੰਗਤਾਂ ਨਾਲ ਕਰ ਰਹੇ ਹਾਂ। ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਜਦੋਂ ਸਤਿਗੁਰੂ ਸਰੀਰ ਦੇ ਵਿੱਚ ਸਨ, ਬੜੇ ਧੂਮ ਧਾਮ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ ਸਾਧ ਸੰਗਤ ਮਨਾਇਆ ਜਾਂਦਾ। ਬੜੀਆਂ ਸੰਗਤਾਂ ਦੂਰੋਂ ਦੂਰੋਂ ਸਤਿਗੁਰਾਂ ਵਾਸਤੇ ਸਾਧ ਸੰਗਤ ਪ੍ਰੇਮ ਭੇਟਾ ਲੈ ਕੇ ਅੱਪੜਦੀਆਂ। ਬੜੇ ਚਾਅ ਦੇ ਨਾਲ ਸਾਧ ਸੰਗਤ ਦਿਹਾੜਾ ਮਨਾਇਆ ਜਾਂਦਾ। ਅੱਜ ਵੀ ਸਾਧ ਸੰਗਤ ਆਪਾਂ ਨਗਰਾਂ ਦੇ ਵਿੱਚ ਕਿਤੇ ਨਗਰ ਕੀਰਤਨ, ਕਿਤੇ ਦੀਵਾਨ, ਕਿਤੇ ਅਖੰਡ ਪਾਠ ਸਾਹਿਬ, ਕਿਤੇ ਸਾਧ ਸੰਗਤ ਲੰਗਰ ਲਾਏ ਜਾਂਦੇ। ਅੱਜ ਵੀ ਬੜੇ ਚਾਅ ਦੇ ਨਾਲ ਆਪਾਂ ਸਾਧ ਸੰਗਤ ਇਹ ਦਿਨ ਮਨਾਉਂਦੇ ਹਾਂ। ਸੋ ਸ਼ਰਦੀਆਂ ਦੇ ਦਿਨ ਆ ਗਏ, ਪੋਹ ਦਾ ਆ ਗਿਆ ਮਹੀਨਾ, ਤੇ ਸਾਧ ਸੰਗਤ ਇਹਨਾਂ ਦਿਨਾਂ ਦੇ ਵਿੱਚ ਫੁੱਲ ਬੜੇ ਘੱਟ ਹੋਇਆ ਕਰਦੇ ਆ। ਸ਼ਰਦੀ ਦੀ ਮਾਰ ਪੈਂਦੀ ਹੈ ਤੇ ਸਾਧ ਸੰਗਤ ਬਹੁਤੇ ਫੁੱਲ ਉੱਗਿਆ ਨਹੀਂ ਕਰਦੇ। ਜੇ ਉੱਗ ਪੈਣ ਤੇ ਸਾਧ ਸੰਗਤ ਉਹ ਖਿੜਿਆ ਨਹੀਂ ਕਰਦੇ। ਸੋ ਮਾਤਾ ਜੀਤੋ ਜੀਆਂ ਨੇ ਆ ਕੇ
ਕਹਿਣਾ ਕੀਤਾ, ਅੱਜ ਅੰਮ੍ਰਿਤ ਵੇਲੇ ਦਰਵਾਜ਼ਾ ਖੜਕਿਆ, ਕੱਚੀ ਜੀ ਢਾਰੀ ਹੈ। ਕਿਤੇ ਸਾਧ ਸੰਗਤ ਰਾਏਪੁਰ ਸਾਰਾ ਧਨ ਪਦਾਰਥ ਅਮੀਰੀਆਂ ਸੋਹਣੇ ਸਾਧ ਸੰਗਤ ਬੰਗਲੇ ਸਾਰਾ ਵੇਚ ਵਟ ਆਏ। ਅੱਜ ਨਿੱਕੀ ਜੀ ਕੱਚੀ ਜੀ ਢਾਰੀ ਦੇ ਵਿੱਚ ਰਹਿੰਦੇ ਐ ਤੇ ਗੁਰੂ ਘਰ ਦੇ ਵਿੱਚੋਂ ਲੰਗਰ ਵੀ ਨਹੀਂ ਛਕਦੇ। ਵਿਹਲੇ ਸਮੇਂ ਦੇ ਵਿੱਚ ਪਟਾਰੀਆਂ ਬਣਾਉਣੀਆਂ, ਵਿਹਲੇ ਸਮੇਂ ਦੇ ਵਿੱਚ ਸਾਧ ਸੰਗਤ ਛਿੱਕੂ ਬਣਾਉਣੇ, ਗੱਤੇ ਨੂੰ ਸਾਧ ਸੰਗਤ ਆਗਾਚਨੀ ਦੇ ਵਿੱਚ ਘੋਲ ਕੇ ਨਹੀਂ ਬਣਾਉਂਦੀਆਂ ਹੁੰਦੀਆਂ ਸਨਮਾਈਆਂ, ਪੂਣੀਆਂ ਰੱਖਣ ਵਾਸਤੇ, ਰੂੰ ਰੱਖਣ ਵਾਸਤੇ, ਗਲੋਟੇ ਰੱਖਣ ਵਾਸਤੇ। ਸੋ ਇਸ ਤਰ੍ਹਾਂ ਸਾਧ ਸੰਗਤ ਪਟਾਰੀਆਂ ਬਣਾਉਣੀਆਂ, ਛਿੱਕੂ ਬਣਾਉਣੇ, ਚੰਗੇਰਾਂ ਬਣਾਉਣੀਆਂ ਤੇ ਸਾਧ ਸੰਗਤ ਉਹਨਾਂ ਨੂੰ ਵੇਚ ਕੇ ਜੋ ਮਿਲਣਾ ਉਹਦੇ ਵਾਸਤੇ ਆਪਣੇ ਉਹਦੇ ਤੋਂ ਆਪਣੇ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ। ਕਹਿੰਦੇ ਸਤਿਗੁਰਾਂ ਤੇ ਭਾਰ ਵੀ ਨਹੀਂ ਪਾਉਣਾ, ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਵੀ ਨਹੀਂ ਛਕਣਾ। ਹੱਥੀਂ ਪਟਾਰੀਆਂ ਬਣਾਉਣੀਆਂ, ਛਿੱਕੂ ਬਣਾਉਣੇ, ਚੰਗੇਰਾਂ ਬਣਾਉਣੀਆਂ, ਵੇਚਣੀਆਂ, ਜੋ ਮਿਲਣਾ ਰਸਦ ਲੈ ਆਉਣੀ ਤੇ ਸਾਧ ਸੰਗਤ ਉਹਦਾ ਪ੍ਰਸ਼ਾਦਾ ਛਕਦੇ ਆ। ਕੱਚੇ ਢਾਰੇ ਦੇ ਵਿੱਚ ਰਹਿੰਦੇ ਐ। ਇੱਕ ਸਤਿਗੁਰੂ ਦੇ ਸਾਧ ਸੰਗਤ ਮਿਲਾਪ ਵਾਸਤੇ ਕਿਤੇ ਸਿੱਖ ਨੂੰ ਰਸਾ ਬੈਠੇ, 2 ਘੁੱਟ ਪਾਣੀ ਦੇ ਨਹੀਂ ਪਾ ਸਕੇ। ਸਿੱਖ ਜਾਂਦਾ ਜਾਂਦਾ ਬਚਨ ਕਰ ਗਿਆ, ਜੇ ਅੱਜ ਸਿੱਖ ਸਰੀਰ ਦੇ ਵਿੱਚ ਹੁੰਦਾ, ਜੋ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜਿਉ। ਜੇ ਸਰੀਰ ਦੇ ਵਿੱਚ ਉਹ ਸਿੱਖ ਹੁੰਦਾ, ਬੇਨਤੀਆਂ ਕਰਕੇ ਉਹਦੇ ਅੱਗੇ ਜੋਦੜੀਆਂ ਕਰਕੇ ਭੁੱਲ ਬਖਸ਼ਾ ਲੈਂਦੇ, ਪਰ ਉਹ ਤੇ ਸੰਸਾਰ ਤੋਂ ਵਿਦਾ ਹੋ ਗਿਆ, ਰੁਖਸਤ ਹੋ ਗਿਆ। ਸਾਧ ਸੰਗਤ ਮਾਤਾ ਜੀ ਆਏ, ਮਾਤਾ ਜੀਤੋ ਜੀ ਕਹਿਣ ਲੱਗੇ ਸਤਿਗੁਰਾਂ ਦਾ ਪੋਹ ਸੱਤੇ ਨੂੰ ਪਾਵਨ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਉਸ ਦਿਨ ਵਧੀਆ ਵਧੀਆ ਫੁੱਲ ਚਾਹੀਦੇ ਆ, ਸੋਹਣੇ ਸੋਹਣੇ ਫੁੱਲ, ਪਹਿਲਾਂ ਨਾਲੋਂ ਵੀ ਜ਼ਿਆਦਾ, ਤੇ ਤਿਆਰ ਕਰ ਦਿਓ। ਅੱਜ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿਓ। ਠੰਡ ਪੈਂਦੀ ਹੈ, ਕੱਕਰ ਪੈਂਦਾ ਹੈ। ਸਾਧ ਸੰਗਤ ਕੀ ਕੀਤਾ ਹੈ, ਫੁੱਲਾਂ ਦੇ ਉੱਤੇ ਫੁੱਲ ਲਾ ਲਏ, ਉੱਤੇ ਸਾਧ ਸੰਗਤ ਪਰਾਲੀ ਲਾ ਦਿੱਤੀ, ਠੰਡ ਦਾ ਅਸਰ ਨਾ ਹੋਵੇ। ਫੁੱਲ ਲਾ ਲਏ, ਆਲੇ ਦੁਆਲੇ ਚਗਾਠਾਂ ਲਾ ਕੇ ਢੱਕ ਦਿੱਤਾ ਤੇ ਸਾਧ ਸੰਗਤ ਉਹਨਾਂ ਦੇ ਵਿੱਚ ਗਰਮੀ ਰਵੇ, ਠੰਡ ਦਾ ਅਸਰ ਨਾ ਹੋਵੇ। ਇਸ ਤਰੀਕੇ ਦੇ ਨਾਲ ਸਾਧ ਸੰਗਤ ਬੜਾ ਯਤਨ ਕਰਕੇ ਫੁੱਲ ਤਿਆਰ ਕਰ ਰਹੇ ਨੇ। ਕਿਸੇ ਫੁੱਲਾਂ ਨੂੰ, ਗੇਂਦੇ ਨੂੰ ਪਰਾਲੀ ਦੇ ਨਾਲ ਢਕਿਆ, ਮੋਤੀਏ ਨੂੰ ਸਾਧ ਸੰਗਤ ਉੱਤੇ ਬਸਤਰ ਦੇ ਕੇ ਢਕਿਆ ਹੋਇਆ। ਜਦੋਂ ਧੁੱਪ ਚੜ੍ਹਨੀ ਵੇਖਣਾ, ਥੋੜਾ ਜਿਹਾ ਸਮਾਂ ਧੁੱਪ ਲਵਾਉਣੀ, ਧੁੱਪ ਸਾਧ ਸੰਗਤ ਜਦੋਂ ਫੇਰ ਢਲਦੀ ਦਿਸਣੀ, ਫੇਰ ਉਹਨਾਂ ਨੂੰ ਢੱਕ ਦੇਣਾ। ਬੜੇ ਤਰੱਦਦ ਦੇ ਨਾਲ, ਬੜੀ ਮਿਹਨਤ ਦੇ ਨਾਲ ਸਾਧ ਸੰਗਤ ਫੁੱਲ ਤਿਆਰ ਕਰ ਰਹੇ ਨੇ ਤੇ ਸਤਿਗੁਰਾਂ ਦਾ ਸਾਧ ਸੰਗਤ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਫੁੱਲ ਤਿਆਰ ਹੁੰਦੇ ਗਏ, ਹੌਲੀ ਹੌਲੀ ਸੋਹਣਾ ਮੋਤੀਆ ਖਿੜ ਗਿਆ, ਸੋਹਣਾ ਸਾਧ ਸੰਗਤ ਗੇਂਦਾ ਖਿੜ ਗਿਆ, ਸੋਹਣੀਆਂ ਕਲੀਆਂ ਖਿੜ ਗਈਆਂ। ਬੜੀ ਖੁਸ਼ੀ ਹੋਈ, ਗੁਰੂ ਵਾਸਤੇ ਫੁੱਲ ਤਿਆਰ ਕੀਤੇ ਐ। ਅੱਜ ਸਾਧ ਸੰਗਤ ਭਾਈ ਸੋਹਣਾ ਘਰ ਨਹੀਂ, ਇੱਕ ਫਕੀਰ ਦਰਵਾਜ਼ੇ ਤੇ ਆ ਖਲੋਤਾ, ਰੋਡਾ ਜਲਾਲੀ। ਕਹਿਣ ਲੱਗਾ ਮੈਂ ਜਲਾਲੀ ਫਕੀਰ ਹਾਂ, ਮੈਂ ਕਿਸੇ ਦੇ ਘਰੋਂ ਖਾਲੀ ਨਹੀਂ ਗਿਆ, ਮੈਂ ਜੋ ਮੰਗਦਾ ਉਹ ਲੈ ਕੇ ਜਾਣਾ। ਤੇ ਸਾਧ ਸੰਗਤ ਉਹ ਬੀਬੀ ਆਖਣ ਲੱਗੀ, ਮੋਹਣਾ, ਕਹਿਣ ਲੱਗੀ ਕੀ ਚਾਹੀਦਾ ਤੈਨੂੰ? ਅਸੀਂ ਤੇ ਆਪ ਨਿਮਾਣੇ ਆ, ਨਿਤਾਣੇ ਆ, ਕੋਈ ਇਹੋ ਜੀ ਵਸਤੂ ਨਾ ਮੰਗ ਲਈ ਜਿਹੜੀ ਅਸੀਂ ਦੇ ਨਾ ਸਕੀਏ। ਉਸ ਫਕੀਰ ਦਾ ਧਿਆਨ ਗਿਆ ਸਾਧ ਸੰਗਤ ਤੋਂ ਖਿੜੇ ਸੋਹਣੇ ਪੀਲੇ ਪੀਲੇ ਗੇਂਦੇ ਦੇ ਫੁੱਲਾਂ ਉੱਤੇ, ਧਿਆਨ ਗਿਆ ਲਾਲ ਮੋਤੀਏ ਦੇ ਉੱਤੇ, ਧਿਆਨ ਗਿਆ ਸਾਧ ਸੰਗਤ ਚਿੱਟੀਆਂ ਕਲੀਆਂ ਦੇ ਉੱਤੇ। ਕਹਿਣ ਲੱਗਾ ਜੇ ਮੈਨੂੰ ਕੁਝ ਦੇਣਾ ਤੇ ਆ ਫੁੱਲ ਤੋੜ ਕੇ ਦੇ ਦਿਓ। ਜਦੋਂ ਗੱਲ ਸੁਣੀ ਨਾ ਸਾਧ ਸੰਗਤ, ਉਹ ਬੀਬੀ ਮੋਹਣਾ ਚੁੱਪ ਕਰ ਗਈ, ਕਿੰਨਾ ਚਿਰ ਬੋਲੀ ਹੋਈ ਨਹੀਂ। ਫਕੀਰ ਚਲਿਆ ਗਿਆ, ਘਰ ਵਾਲਾ ਆਇਆ ਭਾਈ ਸੋਹਣਾ, ਉਹਦੇ ਨਾਲ ਵਿਚਾਰ ਕੀਤੀ ਕਿ ਅੱਗੇ ਇੱਕ ਸਿੱਖ ਨੇ ਪਾਣੀ ਮੰਗਿਆ, ਆਪਾਂ ਨਹੀਂ ਪਿਆਇਆ, ਉਮਰਾਂ ਦੇ ਵਿਛੋੜੇ ਪੈ ਗਏ। ਅੱਜ ਇੱਕ ਫਕੀਰ ਆਇਆ, ਭਾਵੇਂ ਸੱਚਾ ਭਾਵੇਂ ਝੂਠਾ ਸਾਨੂੰ ਨਹੀਂ ਪਤਾ, ਫਕੀਰੀ ਵੇਸ ਦੇ ਵਿੱਚ ਆ ਕੇ ਉਹਨੇ ਫੁੱਲ ਮੰਗੇ ਐ। ਮੈਂ ਨਾ ਹਾਂ ਕੀਤੀ ਹੈ ਨਾ ਕੀਤੀ ਹੈ, ਕਿਤੇ ਫੇਰ ਨਾ
कोई इहो जिहा वचन मूँहों निकल जावे फिर उमरां दे विजोग लग जाण। की सलाह है, की करना चाहिए? दोने इस्त्री भरता साध संगत विचार करते है। कहन लगे जे ते फुੱਲ हुंदे अपने आपां दे दिंदे, आपां ते है इत्थे माली, आपां ते बगीचे दी देखभाल करन वाले आ, इन्हां फुੱਲਾਂ दा मालक है कोई होर। जिस मालक ने आग्या करके उगवाए है वो ते दे सकदा है, पर आपां किसे नूं फुੱਲ नहीं दे सकदे, आपां ते सेवा करन वाले हैं। अगले दिन फकीर आया, कह दिता फकीरा जे वस्तु साडी हुंदी ते दे दिंदे, पर इह ते सतगुरां दे महल माता जीतो जियां ने बड़े प्यार दे नाल कह के तैयार करवाए है। इन्हां फुੱਲਾਂ दे मालक ਉਹ ने, ਉਹ हाँ कर सकदे ने, ਉਹੀ ना कर सकदे ने। ਜਾਂ ਵੱਡੇ ਮਾਲੀ ਤੋਂ ਪੁੱਛ ਲੈ ਜਾ ਕੇ ਭਾਈ ਕੇਸਰਾ ਸਿੰਘ ਤੋਂ। ਅਸੀਂ ਤਾਂ ਭਾਈ ਦੋ ਇੱਥੇ ਟਹਿਲੂ ਹੋਏ ਆ, ਦੋ ਸੇਵਕ ਆ, ਸੇਵਾ ਕਰਨ ਵਾਲੇ। ਸਾਨੂੰ ਤੇ ਮਾਤਾ ਨੇ, ਉਹ ਦਾਤੇ ਨੇ ਹੁਕਮ ਕਰ ਦਿੱਤਾ ਫੁੱਲ ਉਗਾਓ, ਤੇ ਅਸੀਂ ਉਗਾ ਦਿੱਤੇ ਹੈ। ਫੁੱਲਾਂ ਨੂੰ ਤੋੜ ਕੇ ਦੇਣਾ ਇਹ ਸਾਡੇ ਵੱਸ ਵਿੱਚ ਨਹੀਂ ਹੈ। ਜਦੋਂ ਇਦਾਂ ਫਕੀਰ ਨੂੰ ਸਾਧ ਸੰਗਤ ਆਖਿਆ, ਉਹ ਜਾਂਦਾ ਜਾਂਦਾ ਕਹਿ ਗਿਆ, ਕਹਿੰਦਾ ਨਾ ਤੁਹਾਡੀ ਜੜ ਰਹੇ ਨਾ ਮੇਖ ਰਵੇ। ਤੇ ਸਾਧ ਸੰਗਤ ਕਹਿੰਦੇ ਚਲੋ ਸ਼ੁਕਰ ਹੈ ਕੋਈ ਸਖਤ ਵਚਨ ਨਹੀਂ ਕੀਤਾ। ਅਸੀਂ ਕਦੋਂ ਕਹਿੰਦੇ ਆ ਕਿ ਜੱਗ ਦੇ ਵਿੱਚ ਸਾਡੀ ਜੜ ਰਵੇ, ਤੇ ਨਾਲੇ ਸਾਧ ਸੰਗਤ ਇੱਥੇ ਜੜ ਰਹਿਣੀ ਕਿਹਦੀ ਹੈ? ਇੱਥੇ ਜੜ ਰਹੀ ਕਿਹਦੀ ਹੈ ਤੇ ਰਹਿਣੀ ਕਿਹਦੀ ਹੈ? ਸਭ ਦੀ ਸਾਧ ਸੰਗਤ ਜੜਾਂ ਪੁੱਟੀਆਂ ਜਾਣੀਆਂ ਨੇ। ਸੋ ਸ਼ੁਕਰ ਕੀਤਾ, ਚਲੋ कोई सख्त वचन नहीं किया। फिर तैयारी दे विच लग गए ते साध संगत फुल्लां नूं ढक के शाम दे समय अपना नितनेम करके जदों सुते है ना, अगले दिन सवेरे साध संगत गुरु साहब दा प्रकाश दिहाड़ा है। अज सवेर नूं माता जी ने फुੱਲ मंगाउणे है। जदों सुते है दूरों दूरों संगतां गुरु वास्ते, सतगुरु वास्ते भेटावां आपो अपना प्यार लैके साध संगत आनंदपुर साहब आउणियां शुरू हो गईयां। की कीता? ਉਹ ਸੁੱਤੇ ਪਏ ਨੇ, ਅੱਧੀ ਰਾਤ ਹੋਈ ਔਰ ਓਡਾ ਜਲਾਲੀ ਫਕੀਰ ਆਇਆ। ਸਾਧ ਸੰਗਤ ਚੋਰੀ ਬਗੀਚੇ ਦੇ ਵਿੱਚ ਆਇਆ, ਸਾਰੇ ਫੁੱਲ ਸਾਧ ਸੰਗਤ ਤੋੜ ਕੇ ਲੈ ਗਿਆ ਹੈ। ਤੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਸਾਧ ਸੰਗਤ ਉੱਠੇ ਹੈ, ਗਏ ਬਗੀਚੇ ਦੇ ਵਿੱਚ, ਵੇਖਿਆ ਇੱਕ ਵੀ ਫੁੱਲ ਨਜ਼ਰ ਨਹੀਂ ਆ ਰਿਹਾ। ਬਸ ਸਾਧ ਸੰਗਤ ਮੁਖੋਂ ਬਚਨ ਕੋਈ ਨਹੀਂ ਨਿਕਲਿਆ। ਦੋਨੋਂ ਜਾਣੇ ਉੱਥੇ ਕਿਆਰੀਆਂ ਦੇ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਏ। ਬਸ ਆਖਰੀ ਮੌਕਾ ਸੀ ਸਾਡੇ ਕੋਲ, ਨੀਂਦ ਨੇ ਘੇਰੀ ਪਾ ਲਈ ਤੇ ਕੋਈ ਰਾਤ ਨੂੰ ਫੁੱਲ ਤੋੜ ਕੇ ਲੈ ਗਿਆ। ਸਵੇਰੇ ਮਾਤਾ ਜੀ ਫੁੱਲ ਮੰਗਾਉਣਗੇ, ਕੀ ਜਵਾਬ ਦੇਵਾਂਗਾ? ਕੀ ਜਵਾਬ ਦੇਵਾਂਗੇ? ਅਸੀਂ ਮਾਤਾ ਜੀ ਵਾਸਤੇ ਇਹਨਾਂ ਫੁੱਲਾਂ ਦੀ ਰਾਖੀ ਵੀ ਨਹੀਂ ਕਰ ਸਕੇ। ਬੇਸੁੱਧ ਹੋ ਗਏ। ਸ਼ਾਇਦ ਇਸ ਤਰ੍ਹਾਂ ਸਾਧ ਸੰਗਤ ਹਿਰਦੇ ਚੋਂ ਆਵਾਜ਼ ਨਿਕਲ ਰਹੀ ਹੋਣੀ ਹੈ, ਉਹ ਫੁੱਲ ਸੁੱਕ ਗਏ ਸਰੀਰ ਰੂਪੀ ਬਾਗ ਦੇ, ਕਿੱਥੇ ਜਾ ਕੇ ਬਹਿ ਗਿਆ ਮਾਲੀਆ। ਫੁੱਲ ਸੁੱਕ ਗਏ ਸਰੀਰ ਰੂਪੀ ਬਾਗ ਦੇ, ਕਿੱਥੇ ਜਾ ਕੇ ਬਹਿ ਗਿਆ ਮਾਲੀਆ। ਕਿੱਥੇ ਜਾ ਕੇ ਬਹਿ ਗਿਆ ਮਾਲੀਆ।
ਸਾਧ ਸੰਗਤ ਰੋਮ ਰੋਮ ਦੇ ਵਿੱਚੋਂ ਆਵਾਜ਼ ਨਿਕਲ ਰਹੀ ਹੈ। ਮਾਤਾ ਜੀਆਂ ਨੇ, ਅੰਮੀ ਜੀ ਨੇ ਇੱਕ ਡਿਊਟੀ ਲਾਈ ਸੀ, ਉਹ ਡਿਊਟੀ ਵੀ ਅਸੀਂ ਪੂਰੀ ਨਹੀਂ ਕਰ ਸਕੇ। श्याम सुंदर तज नींद क्यों आई, महामोणी दूतां लाई। क्यों नींद ने घेरी पा लई, कोई फुल तोड़ के लै गया। इन्ना समा नहीं दुबारे उगाए जा सकन। होर घड़ी 2 घड़ियां तक माता जी का सुनेहा आ जाना, फुल लियाओ, कित्थों देवांगे। सद संगत इन्ना सदमा लग्या, कोमल मना ते सद संगत इन्ना असर होया, दोनों जाने सद संगत अपने होश खो बैठे, बेहोश होके बेसुध होके क्यारियां विच डिग पए। उधर धन गुरु गोबिंद सिंह महाराज का दरबार लगे अमृत वेले का। सतगुरां दा अज प्रकाश दिहाड़ा है, आगमन पूर्व है। सद संगत अज दरबार लगे है, दूरों दूरों संगतां प्यार पिटावा लैके आपो अपना प्यार महाराज नूं अर्पण कर रही ने। ते साध संगत एक वड्डी सारी टोकरी भरी फुल्लां दी रोडा जलाली, वड्डी सारी साध संगत सिर ते टोपी पाई है उच्ची जई, वड्डी टोपी पाई है सिर ते, सोहणे फुल साध संगत रखे। ते जदों गुरु साहिब महाराज दे सामने आया, सतगुरु कहंदे ने फकीरा की ना है तेरा, कहंदा जी रोडा जलाली। अगे नंगे सिर रहिंदा सी, अज सिर कज के आया, कहंदा महाराज रोडा जलाली। साध संगत एक सिख ने ना महाराज ने इशारा किया, भाई मणि सिंह जी लिखते है तवरीख खालसा दे विच, एक सिख ने टोपी साध संगत खिच दिती ते 5 मोहरां सोने दियां उहदी टोपी दे विचों निकल के डिग पईयां। सतगुरु कहंदे तू रब दा फकीर है, रब दा फकीर है, आ टोपी दे विच पैसे क्यों लुकोई फिरदा है, नीवीं पा लई। महाराज कहंदे फकीरा आ बेर उत्ते बेमौसमे बेबहारे फुल कित्थों लई फिरदा है। कहंदा महाराज तुहाडे वास्ते लभ के लिआया। सतगुरु जानी जान, सद संगत हर एक दे दिल दी बिरथा महाराज जानदे है, हर अंतर जामी सब वेद जाने, ता किस पे आख सुनाइए। कहने कथन ना भीजै गोबिंद, हर भावै पैज रखाइए। नहीं कि सतगुरु नूं पता नहीं, महाराज सब सद संगत जानदे है। सच्ची प्रीत वाला सद संगत जिथे भी बैठा है, सतगुरु दे सद संगत नेड़े है महाराज जानदे। कच्चियां प्रीतां नूं भी जानदे ने, सच्चियां नूं भी जानदे ने। ओ पूजा पाठ सिमरन सत्संग हुंदा भी वेख रहे है, सानू साध संगत औगण करदिआं नूं पाप करदिआं नूं भी ओ वेख रिहा है। सतगुरु आखन लगे आ बेबहारे बेमौसमे फुल, कहंदा महाराज लभ के लिआया। सतगुरु कहंदे लभ के नहीं लिआया, ये फुल्लां दे विचों खुशबू नहीं आ रही, इन्हां फुल्लां दे विचों ते महाराज कहंदे किसे दे हौके सुनाई दिंदे है। आ फुल्लां ते जेड़ा रंग चढ़िया ना, आ लाली चढ़ी है, ये किसे दे दिलां दे खून है। महाराज कहंदे फकीरा तू फुल नहीं तोड़े, तू ते 2 दिल तोड़ आए हैं। 2 दिल नहीं तोड़े, 2 रूहां तोड़ आए हैं। 2 रूहां नहीं तोड़ियां, तू ते गुरु दी गोद दे विचों 2 बच्चियां नूं बाहर कढ के सुट आए हैं। आ फुल्लां दी लाली है ते किसे दा खून है। फुल्लां दे विचों खुशबू नहीं, गमां दे हौके सुनाई देंदे। पातशाह कहंदे है ओ फुल नी तोड़े साधुआ, 2 दिल तोड़ आया है। फुल नी तोड़े साधुआ, 2 दिल तोड़ आया है। 2 दिल
पातशाह कहते हैं फकीरा फुल नहीं तोड़ के आया है ते दो दिल ही तोड़ आए हैं। तो फकीरां दा काम है जोड़ना तोड़ना नहीं, बड़ा बड़ा पाप कर आए हैं। सतगुरु साध संगत बुझ गए, सतगुरु जान गए। सिखां ने फड़ के साध संगत तो रोडे जलाली नूं बंद कर दिता कमरे दे विच। अमृत वेले दा दरबार सतगुरु साध संगत अज सारियां ही बंदिशां, अज सारे ही बंधन, अज सारियां बंदिशां तोड़ के साध संगत चल पई है उस बगीचे दे वल। बड़े वैराग दे विच पातशाह जा रहे हैं, आवाज़ां मारदे जांदे है। इहो जिहा प्यार है गुरु दा सिखां दे नाल। शायद कोई परख सी, अज परख पूरी हो गई। शायद सचखंड दे विच बैठे साध संगत तो सिख दी भी इहो ही मर्जी है। धन गुरु गोबिंद सिंह महाराज जा रहे हैं, मगर संगत साध संगत सारी उसे तरह वैराग दे विच जांदी है। सतगुरु जा पहुंचे वो बगीचे दे विच, उन्हां क्यारियां दे विच जिथे भाई सोहना ते बीबी मोहना दोने बेहोश होए पए है। धन गुरु गोबिंद सिंह महाराज साध संगत जमीन ते ही चौंकड़ा मार के बह गए। दोनों दे सीस एक दा खब्बे बने एक दा सज्जे बने, अपनी साध संगत गोदी दे विच रख लिया। वेखो समा सारी जिंदगी वरियां दे वरे बीत गए गुरु दे दर्शनां नूं तरसदियां। अज जदों गुरु दे दर्शन हो रहे ने, अज नेत्रां दे विच ताकत नहीं कि उघेड़ के गुरु दे दर्शन कर लैण। अज बेसुध होए झोली दे विच पए ने। सारी जिंदगी उडीकदियां साध संगत गुजार दित्ती। अज जदों समा आया तो किहो जे रूप दे विच आया। दोनों नूं साध संगत होश कोई नहीं, इहो जिहा झटका लग्या। बेहोश ने सतगुरु चौंकड़ी मार के बह गए। अपनियां साध संगत गोद दे विच दोनों दे सिर टका लए है। शर्दी दा समा हुक्म कीता एक सिख नूं, जा भाई कोसा कोसा जल लैके आ। साध संगत जल लियांदा, छट्टे मारे, मुख दे विच चोया, मुख दे विच साध संगत पाया। जदों साध संगत नेत्र खोले, गोद विच पए सी, अखां खुलियां, धन गुरु गोबिंद सिंह महाराज दा नूरी चेहरा साध संगत नजर आया। नूरी चेहरे दे दर्शन, पर अजे विश्वास नहीं हो रहा। साडे एडे कर्म किथे, सानू गुरु दे दर्शन हो जान, साडे एडे भाग किथे। अखां फिर मीटियां ने, यकीन नहीं हुंदा। अज अपने कर्मां ते साध संगत यकीन नहीं। शायद बेहोशी दी हालत दे विच शायद सुपना देख रहे हैं। भाई गुरदास जी कहते सोपन चरित्र चित्र बाणक बने बचित्र, पावन पवित्र मित्र आज मोरे आए हैं। परम दयाल लाल लोचन विशाल, मुख बचन रसाल, मद मदर पे आए हैं। यकीन नहीं हुंदा, शायद सुपना ही वेख रहे हैं। सोपन चरित्र चित्र बाणक बने बचित्र, पावन पवित्र मित्र आज मोरे आए हैं। शायद सुपना ही तो ही नहीं, चातरिक शब्द सुन अखियां उगर गई। भई जल मीन गत बिरहें जगाए है। सुपना ही सी,
भाई गुरदास जी ने सुपने का जिक्र किया सारा 4 पंक्तियां। कहते चातरिक की आवाज जदों पई ना कन्ना जुच्ची बोलिया, चातरिक शब्द सुन अखियां उगर गई, जाग आ गई। बस हालत इहो जी हुई। कहते भई जल मीन गत, जिवें मच्छी पानी तो विछड़ जाती है ना, बस इहो जी हालत हो गई। भई जल मीन गत बिरह जगाए है अंदर, बिरहों जाग उठिया। सुपने दे विच ही वेख रहा सी। आज मोए आए हैं पावन पवित्र मित्र, आज मोरे आए हैं पावन पवित्र मित्र। सोचते हैं कि तो सुपना तो नहीं। अखां फिर खोलियां, महाराज बोले है माता जीतो जी कोल खलोते है। माता जीतो जी आखन लगे है बच्चों ये सुपना नहीं है हकीकत है। अखां खोलो ते कर लो दीदार। माता जी कहते हैं आगे आयो परमेश्वर जिन्नू उड़ीक दी सी जिंदड़ी। आगे आयो परमेश्वर जिन्नू उड़ीक दी सी जिंदड़ी। आगे आयो परमेश्वर जिन्नू उड़ीक दी सी। माता जीतो जिया ने आखिया अम्मी दी आवाज कन्ना दे विच पई है। हुण दुबारे साध संगत नेत्र खोले ते धन गुरु गोबिंद सिंह महाराज दे नूरी मुखड़े दे दर्शन हो रहे। भाई नंद लाल जी कहंदे दीन दुनिया दर कमंदे आ परी रुखसार मां, हर दो आलम कीमते यक तार मुए यार मां। सतगुरु तेरे एक पवित्र रोम दी केस दी कीमत कहंदा मेरे हिसाब नाल ते 2 लोक बनदी है। कलगीधर पातशाह साध संगत
इते सिख वचन कर गया सी, दर्शन नहीं जे देन लगा। सतगुरु कहंदे अखां खोलो। अज नहीं शब्द विचों कटिया गया है, अखां खोलो दर्शन देन लगा, दर्शन देन लगा। दर्शन देन लगा, दर्शन देन लगा। नहीं शब्द कटिया गया है। साध संगत हुण अखां खुलियां ने ते हुण बंद होण दा नां नहीं लै रहीआं। जेड़े मुखड़े नूं वेखण वास्ते तरस गईयां अखां हुण चाहुंदियां ने ओह मूरत सदा वास्ते ही नेत्रां विच वस जावे। गुर की मूरत मन में ध्यान, गुर का शब्द मंत्र मन मान। गुर के चरण हृदय लै धारो, गुर पार ब्रह्म सदा नमस्कार। कर लैन दे रज के दीदार गुरां दे, कर लैन दे, कर लैन दे रज के दीदार गुरां दे, कर लैन दे।
ਵੱਲ ਵੇਖਦੇ ਗਏ, ਜਿਵੇਂ ਚਕੋਰ ਚੰਦਰਮਾ ਵੱਲ ਵੇਖਦੀ ਹੈ ਨਾ, ਜਿਉਂ ਵੇਖਣ ਲੱਗਦੀ ਹੈ ਚੰਦਰਮਾ ਆਪਣੀ ਦਿਸ਼ਾ ਬਦਲ ਜਾਂਦਾ ਹੈ। ਉਹ ਅੱਖ ਨਹੀਂ ਫਰਕਦੀ, ਧੌਣ ਨਹੀਂ ਘਮਾਉਂਦੀ, ਉਸੇ ਤਰ੍ਹਾਂ ਸਾਧ ਸੰਗਤ ਧੌਣ ਮੁੜਦੀ ਜਾਂਦੀ ਹੈ। ਧੌਣ ਭਾਵੇਂ ਮੁੜਕ ਜਾਵੇ, ਪਰ ਚਕੋਰ ਚੰਦਰਮਾ ਨੂੰ ਵੇਖਣੋਂ ਤੱਕਣੋਂ ਨਹੀਂ ਹਟਦੀ। ਕਿੰਨਾ ਚਿਰ ਦਰਸ਼ਨ ਕਰੀ ਗਏ, ਫਿਰ ਮਨ 'ਚ ਵਿਚਾਰ ਆਈ, ਸਤਿਗੁਰੂ ਦੀ ਗੋਦ ਵਿੱਚ ਪਏ ਆ, ਮੱਥਾ ਟੇਕਣਾ ਤੇ ਭੁੱਲ ਹੀ ਗਏ। ਉੱਥੇ ਨੇ ਸਾਧ ਸੰਗਤ ਗੁਰੂ ਚਰਨਾਂ ਤੇ ਕਰ ਡੰਡੌਤ, ਪੁੰਨ ਵੱਡਾ ਹੀ ਬੰਦਣਾ ਹਰ ਬੰਦਣਾ, ਗੁਣ ਗਾਏ ਗੋਪਾਲ ਰਾਏ। ਫਿਰ ਮੱਥਾ ਟੇਕਣਾ ਯਾਦ ਆਇਆ, ਪਰ ਸਤਿਗੁਰਾਂ ਨੇ ਸਾਧ ਸੰਗਤ ਚਰਨਾਂ ਤੇ ਸੀਸ ਨਹੀਂ ਲੱਗਣ ਦਿੱਤਾ। ਆਪਣੇ ਹੱਥਾਂ ਦੇ ਨਾਲ ਦੋਨਾਂ ਦੇ ਸਿਰੋਂ ਤਾਂ ਚੁੱਕੇ ਹੈ ਤੇ ਆਵਾਜ਼ ਦਿੱਤੀ ਹੈ, ਮੇਰੇ ਬੱਚਿਓ ਜਾਓ ਭਾਈ, ਤੁਹਾਡੀ ਸੇਵਾ ਪ੍ਰਵਾਨ ਹੋ ਗਈ। ਤੁਸੀਂ ਨਿਹਾਲ 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 ਦੀ ਆਵਾਜ਼ ਦਿੱਤੀ ਹੈ ਪਾਤਸ਼ਾਹ। ਇੱਕ ਗਲਤੀ ਕੀਤੀ ਸੀ, ਸਿੱਖ ਨੂੰ ਨਹੀਂ ਜਲ ਛਕਾਇਆ, ਇੰਨਾ ਚਿਰ ਦਰਸ਼ਨਾਂ ਤੋਂ ਵਾਂਝੇ ਰਹੇ। ਮਹਾਰਾਜ ਕਹਿੰਦੇ ਉਸ ਗਲਤੀ ਨੂੰ ਤੁਸੀਂ ਆਪਣੀ ਸੇਵਾ ਆਪਣੇ ਪਿਆਰ ਦੇ ਨਾਲ ਧੋ ਦਿੱਤਾ ਹੈ। ਅੱਜ ਕੋਈ ਖੋਟਾ ਕਰਮ ਵਿੱਚ ਨਹੀਂ ਰਿਹਾ। ਅੱਜ ਮੰਗੋ, ਪਾਤਸ਼ਾਹ ਕਹਿੰਦੇ ਮੰਗੋ, ਕੀ ਮੰਗਦੇ ਹੋ? ਪ੍ਰਕਾਸ਼ ਦਿਹਾੜਾ ਅੱਜ ਸਤਿਗੁਰਾਂ ਦਾ, ਅੱਜ ਉਹ ਬਗੀਚੇ ਦੇ ਵਿੱਚ ਹੀ ਭਾਗ ਲੱਗ ਗਏ ਐ। ਮਹਾਰਾਜ ਕਹਿੰਦੇ ਮੰਗੋ। ਪਤਾ ਕੀ ਮੰਗਿਆ ਫਿਰ? ਕਹਿਣ ਲੱਗੇ ਮਹਾਰਾਜ ਸਾਡੇ ਕਾਰਨ ਜਿਹੜੇ ਉਹ ਰੋਡੇ ਜਲਾਲੀ ਫਕੀਰ ਨੂੰ ਸਿੱਖਾਂ ਨੇ ਬੰਦ ਕੀਤਾ, ਜੇ ਕਿਰਪਾ ਕਰਨੀ ਹੈ ਤੇ ਉਹਨੂੰ ਛੱਡ ਦਿਓ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਦੇਖੋ ਕੀ ਮੰਗਿਆ, ਛੱਡ ਦਿੱਤਾ ਸਿੱਖਾਂ ਨੇ। ਸਾਧ ਸੰਗਤ ਤੋਂ ਫਕੀਰ ਨੂੰ ਵੀ ਸੋਝੀ ਆ ਗਈ, ਗੁਰੂ ਚਰਨਾਂ ਤੇ ਅੱਡ ਗਿਆ। ਕਹਿੰਦਾ ਮਹਾਰਾਜ ਮੈਂ ਆਪਣੇ ਆਪ ਨੂੰ ਵੱਡਾ ਫਕੀਰ ਜਲਾਲੀ ਸਮਝਦਾ ਸਾਂ, ਪਰ ਤੇਰੇ ਸਿੱਖਾਂ ਦੇ ਸਾਹਮਣੇ ਤੇ ਮੈਂ ਕੁਝ ਵੀ ਨਹੀਂ। ਅਸੀਂ ਰਾਤ ਵੀ ਦੀਵਾਨ 'ਚ ਵਚਨ ਕਰਦੇ ਸੀ, ਪਹਿਲਾਂ ਵੀ ਕੀਤੇ ਹੈ। ਆਪਾਂ ਗੁਰੂਆਂ ਨਾਲ ਬਰਾਬਰੀ ਕਰਨ ਲੱਗ ਜਾਂਦੇ। ਅੱਜ ਦੇ ਅਖੌਤੀ ਗੁਰੂਆਂ ਦੀ ਬਰਾਬਰੀ ਤੇ ਦੂਰ ਹੋ, ਤੇ ਸਾਧ ਸੰਗਤ ਗੁਰੂ ਦੇ ਸਿੱਖਾਂ ਦੀ ਬਰਾਬਰੀ ਨਹੀਂ ਕਰ ਸਕਦੇ। ਸਤਿਗੁਰੂ ਕਹਿੰਦੇ ਬੱਚਿਓ ਨਿਹਾਲ, ਸਾਨੂੰ ਮਾਤਾ ਜੀਤਾਂ ਦੱਸਦੀ ਸੀ ਤੁਸੀਂ ਬੜਾ ਸੋਹਣਾ ਕੀਰਤਨ ਕਰਦੇ ਹੋ। ਸਤਿਗੁਰੂ ਕਹਿੰਦੇ ਮੈਨੂੰ ਨਹੀਂ ਸੁਣਾਉਣਾ ਕੀਰਤਨ। ਭੱਜੇ ਗਏ ਐ, ਆਪਣੇ ਉਹ ਕੱਚੇ ਜੇ ਕਮਰੇ ਦੇ ਵਿੱਚੋਂ ਸਾਜ਼ ਚੁੱਕ ਲਏ, ਸ਼ਬਦ ਪੜ੍ਹਿਆ, ਜੋ ਤੇਰੀ ਸ਼ਰਨਾਈ ਹਰ ਜੀਓ, ਤਿੰਨ ਤੂੰ ਰਾਖਣ ਜੋਗ, ਤੁਧ ਜੇਵੜ ਮੈਂ ਅਵਰ ਨਾ ਸੂਝੈ, ਨਾ ਕੋ ਹੋਆ ਨਾ ਹੋਗ। ਹਰ ਜੀਓ ਸਦਾ ਤੇਰੀ ਸ਼ਰਨਾਈ, ਜਿਉਂ ਭਾਵੈ ਤਿਉਂ ਰਾਖੋ ਮੇਰੇ ਸੁਆਮੀ, ਇਹ ਤੇਰੀ ਵਡਿਆਈ। शब्द पढ़े, आवाज निकली है, असी देखिया जहान सारा छोड़ के, तेरे जिया नहीं लगना। असी देखिया जहान सारा, तेरे जिया नहीं लगना।
मेरे साहिबा तेरे जिया हो कोई ना, मेरे दाता तेरे जिया हो कोई ना। जहान सारा टोल के असी देखे आ जहान सारा टोल के, देखे आज हान सारा टोल के। सतगुरां ने सत संगत बड़े प्यार नाल शब्द सुनिया, बड़ियां बख्शिशां कीतियां, नाल ही ले आए है। अज प्रकाश दिहाड़ा सी सतगुरां दा। बाद दे विच भाई सोहना सत संगत फिर जदों उदों बाद अमृत सतगुरां ने छकाया ते सत संगत गुरु तो अमृत छक के भाई सोहन सिंह बने। राग विद्या दा जाणू सी, बड़ा सोहना साध संगत सजाइया सी, साज वजाउंदा सी, गुणी सी। ते फिर साध संगत सारी जिंदगी दोनों जियां ने गुरु घर दे विच कट्टी। सवाओ ये सी साध संगत प्यार वालियां दी साखी। गुरु साहिब दा प्रकाश दिहाड़ा। समुचियां संगतां नूं असीं अपने वल्लों जथे वल्लों लख लख बहुत बहुत वधाई दिंदे आ। पातशाह किरपा करन, जिवें साध संगत विछड़िया नूं मिलिया है, अपने ते भी किरपा करन। साध संगत मन करके सुरत करके सतगुरु अपने चरनां दा प्यार बख्श देन। कबीर चरण कमल की मौज को कैसे उन्मान, कहबे को शोभा नहीं, देखा ही प्रवान। सतगुरु दे दिहाड़े ते महाराज किरपा करन, साडे मनां दे विच बाणी दे नाल प्यार, बाणे दे नाल प्यार, गुरु की रहत दे नाल प्यार, साध संगत गुरु के सिद्धांतां दे नाल साडे मनां दे विच प्यार पैदा होवे। इहो ही साध संगत गुरु साहिब नूं सब तो वड्डी भेटा होवेगी। इहो ही सब तो वड्डा साध संगत साडा प्यार होवेगा। तन मन धन सब सौंप गुर को, हुक्म मन्निया पाईए। बेअंत संगतां अमृत छक रहीआं ने। साध संगत कल भी भेखी अमृत संचार सी 125 ਦੇ करीब। उत्थे संगतां ने वख-वख नगरां च समागम चल रहे है। काले के भावें पहलां भी 10 सालां तो दीवान साजदे आउंदे है। कई बार नगर च गए आ, परिवारां दे परिवार अमृत छके है। पिछले दिनी 24 तरीक नूं साध संगत दीवानां दी समाप्ति, तकरीबन 150 ਦੇ करीब गुरु प्यारिਆਂ ने अमृत दी दात प्राप्त की। सो इसे तरह आने वाले समय नगरां च समागमां दीयां लड़ियां चल रही ने। अमृत संचार हो रहे, मन बनाउंदे जाने। सतगुरु दा साध संगत दिहाड़ा है। ये कोई गुण ग्रहण करन दा दिन होया करदा है। औगण छड्डीए, गुरु घर दे विचों साध संगत झोली करिए। महाराज साडे ते किरपा कर, गुणां दी दात पा दे। सानू सिੱਖੀ कमाउणी आ जावे, सानू सिੱਖੀ निभाउणी आ जावे, सानू सिੱਖੀ हंडाउणी आ जावे। गुरु तो साध संगत दात मंगिए। पातशाह नितनेम दी दात बख्श। हम भीखक पेखारी तेरे, तू निजपत है दाता। हो दयाल नाम देहो मंगत जन को, सदा रहूं रंग राता। नाम दी दात जदों अमृत छक लिया पंजा प्यारिਆਂ ने, वाहिगुरु शब्द दे दिता, मुड़ के कितों नाम लैण दी लोड़ नहीं, हुण ते जपण दी लोड़ है।
ਪਿਆਰ ਪੈਦਾ ਹੋ ਜਾਵੇ ਸਾਡੇ ਮਨਾਂ 'ਚ। ਇੰਨਾ ਪਿਆਰ ਸਾਧ ਸੰਗਤ ਗੁਰੂ ਸਾਹਿਬ ਨਾਲ ਕੀਤਾ। ਉਹਨਾਂ ਸਾਧ ਸੰਗਤ ਦੋਨਾਂ ਜੀਆਂ ਨੇ ਸਿੱਖ ਦਾ ਸਾਧ ਸੰਗਤ ਕੀਤਾ ਹੋਇਆ ਬਚਨ ਵੀ ਸਾਧ ਸੰਗਤ ਉਹਨਾਂ ਨੇ ਮੋੜ ਦਿੱਤਾ ਹੈ। ਉਹ ਸਿੱਖ ਬਚਨ ਕਰ ਗਿਆ ਸੀ, ਦਰਸ਼ਨ ਨਹੀਂ ਦੇਣ ਲੱਗਾ। ਆਪਣੇ ਪਿਆਰ, ਆਪਣੀ ਸ਼ਰਧਾ, ਆਪਣੀ ਸੇਵਾ ਦੇ ਨਾਲ ਸਾਧ ਸੰਗਤ ਸਿੱਖ ਦੇ ਬਚਨ ਨੂੰ ਵੀ ਮੋੜ ਦਿੱਤਾ ਹੈ। ਐਸਾ ਪਿਆਰ ਕੀਤਾ, ਐਸੇ ਚਰਨਾਂ ਨਾਲ ਪ੍ਰੀਤ ਕੀਤੀ। ਦਰਸ਼ਨ ਕਰਨ ਨਹੀਂ, ਸਤਿਗੁਰੂ ਦਰਸ਼ਨ ਸਾਧ ਸੰਗਤ ਦੇਣ ਆਏ। ਸੋ ਇੱਥੇ ਹੀ ਇੰਨੀਆਂ ਵਿਚਾਰਾਂ ਦੇ ਨਾਲ ਸਮਾਪਤੀ ਹੈ। ਇੱਕ ਵਾਰ ਗੁਰਪੁਰਬ ਦੀ ਸੰਗਤ ਨੂੰ ਵਧਾਈ। ਜਿਹੜੀਆਂ ਸੰਗਤਾਂ ਅੰਮ੍ਰਿਤ ਛਕ ਰਹੀਆਂ ਉਹਨਾਂ ਨੂੰ ਭਾਈ ਵਧਾਈਆਂ। ਇਸੇ ਤਰ੍ਹਾਂ ਭਾਈ ਅਸੀਂ ਵੇਖਿਆ ਸਮਾਪਤੀ ਤੱਕ ਸੰਗਤ ਆਈ ਜਾ ਰਹੀ ਸੀ। ਵੈਸੇ ਅੱਜ ਪ੍ਰਕਾਸ਼ ਹੋਏ ਹੋਣੇ ਆ ਅਖੰਡ ਪਾਠ ਨਗਰਾਂ 'ਚ, ਇਸ ਕਰਕੇ ਕੁਝ ਲੇਟ ਆ ਰਹੀ ਸੀ ਸੰਗਤ। ਬੇਨਤੀ ਕਰਾਂਗੇ, ਮੱਥਾ ਟੇਕਣ ਨਹੀਂ ਆਉਣਾ, ਆਪਾਂ ਦੀਵਾਨ ਸੁਣਨ ਆਉਣਾ ਹੈ। ਮੱਥਾ ਟੇਕਣ ਤੇ ਸਾਧ ਸੰਗਤ ਫਿਰ ਜਦੋਂ ਮਰਜ਼ੀ ਆ ਜਾਈਏ। ਕਈਆਂ ਦਾ ਖਿਆਲ ਹੁੰਦਾ ਚਲੋ ਚੱਲਦੇ ਹਾਂ 1:30 ਵਜੇ 2 ਵਜੇ ਮੱਥਾ ਟੇਕ ਆਵਾਂਗੇ। ਦੀਵਾਨ ਸੁਣਨਾ ਤੇ ਤਕਰੀਬਨ 12 ਸਵਾ 12 ਵਜੇ ਨੂੰ ਸੰਗਤ ਸਾਧ ਸੰਗਤ ਗੁਰੂ ਦੀ ਹਜ਼ੂਰੀ ਦੇ ਵਿੱਚ ਅਪੜ ਜਾ ਕਰੋ, ਲਿਆ ਕਰੋ ਲਾਹੇ। ਆਓ ਭੁੱਲਾਂ ਚੁੱਕਾਂ ਦੇ ਖਿਮਾ। ਬੋਲਦਿਆਂ ਵਿਚਾਰ ਕਰਦਿਆਂ ਕਈ ਪ੍ਰਕਾਰ ਦੀਆਂ ਉਣਤਾਈਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ। ਗੁਰੂ ਸਾਹਿਬ ਇਸੇ ਤਰ੍ਹਾਂ ਕਿਰਪਾ ਕਰਨ। ਸਤਿਗੁਰੂ ਦੀ ਕਿਰਪਾ, ਆਪ ਸੰਗਤ ਦਾ ਪਿਆਰ, ਨਿੱਘਾ ਆਸ਼ੀਰਵਾਦ ਬਣਿਆ ਰਵੇ। प्रभ कीजै कृपा निधान, हम हर गुण गावेंगे। हाँ तुमरी करो नित आस प्रभ मोहे, कब गल आवेंगे। आओ सतगुरु दा गुरपुरब है। गुरु दे प्यार विच मन चाओ भया प्रभ आगम सुनिया। मंगल गाओ सखिए, गृह मंदिर बनिया। दूजे भाई गुरदास जी कहते सच्चा अमर गोबिंद दा सुन गुरु प्यारे, सत संगत मैं लाप कर। पंच दूत संघारे विच संगत ढोई ना लहन, जो खासम विसारे। गुर सिखा मथे उजले सच्चे दरबारे, हर गुर गोबिंद ध्याईऐ सच अमृत वेला। वाहो वाहो गोबिंद सिंह आपे गुर चेला। गुरु दे प्यार विच पढ़िए लाइना। वह प्रगट्यो मर्द गमड़ा, वह प्रगट्यो मर्द गमड़ा। वह अर्जन बिटों कुर्बानी, अर्जन बिटों कुर्बानी। गुरमुख सुख